ਦੋਹਰਾ ਭੀਮ ਚੰਦ ਕਰ ਬੰਦ ਕੈ ਪਨਿਓ ਸਕਲ ਅਹਿਵਾਲ ਤੁਮ ਮਾਲਿਕ ਹਮਰੋ ਸਦਾ ਕਰੋ ਆਪ ਪ੍ਰਤਪਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਤੇ ਸਨਮਾਨਯੋਗ ਸਤਿਗੁਰਾਂ ਦੇ ਪਰਮ ਪਿਆਰ ਚ ਪਰੋਤੀ ਹੋਈ, ਗੁਰੂ ਰੰਗ ਚ ਰੰਗੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਸੰਧਿਆ ਸਮੇਂ ਦੇ ਸਜੇ ਹੋਏ ਦੀਵਾਨਾਂ 'ਚ ਇਕੱਤਰ ਹੋ ਕੇ ਦੀਨ ਦੁਨੀਆ ਦੇ ਮਾਲਕ ਵਾਲੀਏ ਕੁਲ ਆਲਮ ਨੂਰੇ ਸਰਵਰੇ ਕਾਇਨਾਤ ਦਸੋਂ ਪਾਤਸ਼ਾਹੀਆਂ ਦੀ ਆਤਮਿਕ ਜਾਗਦੀ ਜੋਤ ਹਾਜ਼ਰਾਂ ਹਜ਼ੂਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਪਰਸਰੇ। ਤਿਲਕ ਤੇ ਜੰਜੂ ਦੇ ਰਾਖੇ ਸਤਿਗੁਰੂ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ। ਦੇਗ ਤੇ ਤੇਗ ਦੇ ਧਨੀ ਇਸ ਸੰਸਾਰ ਵਿੱਚ ਦੋ ਚੀਜ਼ਾਂ ਚੱਲਦੀਆਂ ਨੇ, ਇੱਕ ਦੇਗ ਹੈ, ਦੂਸਰੀ ਤੇਗ ਹੈ। ਸਤਿਗੁਰੂ ਜੀ ਤੇਗ ਦੇ ਵੀ ਮਾਲਕ ਨੇ, ਸਤਿਗੁਰੂ ਜੀ ਦੇਗ ਦੇ ਵੀ ਮਾਲਕ ਨੇ। ਐਸੇ ਸਮਰੱਥ ਦੇਵ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਬਹੁਤ ਹੀ ਅਦਬ ਸਤਿਕਾਰ ਤੇ ਸ਼ਰਧਾ ਸਹਿਤ ਆਪ ਜੀ ਸਰਵਣ ਕਰ ਰਹੇ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਬਰਖਲਾਫ ਪੁਕਾਰ ਕਰਨ ਲਈ ਪਹਾੜੀ ਰਾਜੇ ਔਰੰਗਜ਼ੇਬ ਬਾਦਸ਼ਾਹ ਦੇ ਕੋਲ ਪਹੁੰਚੇ ਨੇ। ਨੌਰੰਗਾ ਪੁੱਛਦਾ, ਦੱਸੋ ਗੁਰੂ ਜੀ ਦੇ ਬਾਰੇ, ਤੁਹਾਡੀ ਦੁਸ਼ਮਣੀ ਉਹਨਾਂ ਨਾਲ ਕਿਵੇਂ ਪਈ? ਤਾਂ ਪਹਾੜੀਏ ਆਪਣੇ ਕੋਲੋਂ ਮਨ ਘੜਤ ਕਹਾਣੀਆਂ ਬਣਾ ਕੇ ਬਾਦਸ਼ਾਹ ਨੂੰ ਸੁਣਾ ਰਹੇ ਨੇ। ਨਾਲ ਇਹ ਵੀ ਦੱਸ ਰਹੇ ਨੇ ਕਿ ਉਹ ਕੀ ਕਰ ਰਹੇ ਨੇ। ਉਹਨਾਂ ਨੇ ਖਾਲਸੇ ਪੰਥ ਦੀ ਸਾਜਨਾ ਕੀਤੀ ਹੈ। ਪਹਿਲਾਂ ਉਹ ਸੈਂਕੜਿਆਂ ਵਿੱਚ ਸਨ, ਹੁਣ ਉਹ ਹਜ਼ਾਰਾਂ ਵਿੱਚ ਨੇ। ਤੇ ਬਾਦਸ਼ਾਹ ਜੇ ਤੂੰ ਉਹਨਾਂ ਨੂੰ ਠੱਲ ਨਾ ਪਾਈ ਤੇ ਉਹਨਾਂ ਹਜ਼ਾਰਾਂ ਨੇ ਆਉਣ ਵਾਲੇ ਸਮੇਂ 'ਚ ਲੱਖਾਂ ਤੇ ਕਰੋੜਾਂ 'ਚ ਤਬਦੀਲ ਹੋ ਜਾਣਾ। ਔਰੰਗੇ ਦੇ ਨਾਲ ਪਹਾੜੀ ਰਾਜਿਆਂ ਦੀ ਇਹ ਵਾਰਤਾਲਾਪ ਆਪਾਂ ਕੱਲ ਦੀ ਕਥਾ 'ਚ ਸਰਵਣ ਕੀਤੀ। ਉਧਰ ਅੱਜ ਛੋਟੇ ਸਾਹਿਬਜ਼ਾਦੇ ਗੁਰੂ ਕਲਗੀਧਰ ਪਾਤਸ਼ਾਹ ਦੇ ਫਰਜ਼ੰਦ ਨਿੱਕੀਆਂ ਜਿੰਦਾਂ ਵੱਡੇ ਸਾਕੇ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਔਰ ਕਲਗੀਧਰ ਪਾਤਸ਼ਾਹ ਜੀ ਦੇ ਸਤਿਕਾਰਯੋਗ ਮਾਤਾ ਜਪ ਤੇ ਤਪ ਦੀ ਮਹਾਨ ਮੂਰਤ ਮਾਤਾ ਗੁਜਰੀ ਜੀ ਅੱਜ ਦੇ ਦਿਨ ਬਾਅਦ ਸੂਬੇ ਸਰਹੰਦ ਦੀ ਕਚਹਿਰੀ 'ਚ ਤਿੰਨਾਂ ਦੀ ਪੇਸ਼ੀ ਔਰ ਉਧਰ ਠੰਡੇ ਬੁਰਜ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ ਹੈ। ਮਹਾਰਾਜ ਜੀ ਦੇ ਛੋਟੇ ਲਖਤੇ ਜ਼ਿਕਰ ਸਾਹਿਬਜ਼ਾਦਿਆਂ ਦਾ ਸਰੂਪ, ਉਹਨਾਂ ਦਾ ਧਿਆਨ, ਉਹ ਵੀ ਨਾਲ ਨਾਲ ਆਪਣੀਆਂ ਸਿਮਰਤੀਆਂ ਵਿੱਚ ਰੱਖੀਏ। ਪੂਰੇ ਵਿਸ਼ਵ ਭਰ ਵਿੱਚ ਜਿੱਥੇ ਜਿੱਥੇ ਵੀ ਗੁਰੂ ਕੇ ਸਿੱਖ ਬੈਠੇ ਨੇ,
ਇਹਨਾਂ ਦਿਨਾਂ ਦੇ ਦੌਰਾਨ ਉਹ ਮਹਿਸੂਸ ਕਰਦੇ ਨੇ ਕਿ ਅਸੀਂ ਕਲਗੀਆਂ ਵਾਲੇ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਦੇ ਚਰਨਾਂ ਦੀ ਪਨਾਹ ਵਿੱਚ ਹਾਂ। ਸਾਡੀਆਂ ਹਾਜ਼ਰੀਆਂ ਜਿਹੜੀਆਂ ਇਹਨਾਂ ਦਿਨਾਂ ਦੀਆਂ ਨੇ ਉਹ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਦੇ ਚਰਨਾਂ ਦੀ ਸ਼ਰਨ ਵਿੱਚ ਲੱਗ ਰਹੀਆਂ ਨੇ। ਸਾਹਿਬਜ਼ਾਦਿਆਂ ਦੇ ਚਰਨਾਂ ਦੀ ਛੂਹ ਨੂੰ ਆਪਣੇ ਹਿਰਦੇ 'ਚ ਮਹਿਸੂਸ ਕਰਦੇ ਆਂ। ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਉਂਦਿਆਂ ਸਮੂਹ ਮਾਈ ਭਾਈ ਆਪਣੀ ਰਸਨਾ ਨੂੰ ਪਵਿੱਤਰ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਭੀਮ ਚੰਦ ਕਰ ਬੰਦ ਕੈ ਪਾਨਿਓ ਸਕਲ ਅਹਿਵਾਲ। ਰਾਜੇ ਭੀਮ ਚੰਦ ਨੇ ਔਰੰਗਜ਼ੇਬ ਬਾਦਸ਼ਾਹ ਨੂੰ ਇਸ ਤਰ੍ਹਾਂ ਸਾਰਾ ਅਹਿਵਾਲ ਸੁਣਾਇਆ, ਕਿਵੇਂ ਕਿਵੇਂ ਅਸੀਂ ਗੁਰੂ ਜੀ ਨਾਲ ਜੰਗਾਂ ਲੜੀਆਂ ਨੇ, ਕਿਵੇਂ ਸਾਡੇ ਕੇਸਰੀ ਚੰਦ ਵਰਗੇ ਸੂਰਮੇ ਮਾਰੇ ਨੇ ਗੁਰੂ ਜੀ ਨੇ, ਕਿਵੇਂ ਉਹਨਾਂ ਨੇ ਸਾਡੇ ਕੁਝ ਨਗਰਾਂ ਨੂੰ ਉਜਾੜਿਆ। ਇਹ ਸਾਰਾ ਪ੍ਰਸੰਗ ਰਾਜੇ ਭੀਮ ਚੰਦ ਨੇ ਨਰੰਗੇ ਨੂੰ ਚਵਗੱਤੇ ਨੂੰ ਸੁਣਾਇਆ ਹੈ। ਤੁਮ ਮਾਲਿਕ ਹਮਰੇ ਸਦਾ ਕਰੋ ਆਪ ਪ੍ਰਤਪਾਲ। ਨਾਲੇ ਕਹਿੰਦਾ ਭੀਮ ਚੰਦ ਹੈ ਬਾਦਸ਼ਾਹ ਤੂੰ ਸਾਡਾ ਸਦਾ ਦਾ ਮਾਲਕ ਹੈ, ਤੇ ਮਾਲਕ ਦਾ ਕੰਮ ਹੁੰਦਾ ਵੀ ਆਪਣੇ ਨੌਕਰਾਂ ਦੀ ਪ੍ਰਤਪਾਲ ਕਰਨੀ। ਤੂੰ ਸਾਡਾ ਮਾਲਕ ਹੈ, ਅਸੀਂ ਤੇਰੇ ਨੌਕਰ ਹਾਂ, ਗੁਲਾਮ ਹਾਂ। ਭਾਵੇਂ ਕਿ ਅਸੀਂ ਰਾਜੇ ਹਾਂ ਪਰ ਤੇਰੇ ਗੁਲਾਮ ਹਾਂ। ਤੇਰਾ ਫਰਜ਼ ਬਣਦਾ ਸਾਡੀ ਪਾਲਣਾ ਕਰਨੀ, ਕਿਉਂਕਿ ਅਸੀਂ ਤੈਨੂੰ ਕਰ ਭੇਜਦੇ ਹਾਂ। ਆਪਣੀਆਂ ਰਿਆਸਤਾਂ ਵਿੱਚੋਂ ਟੈਕਸ ਇਕੱਠਾ ਕਰਕੇ ਤੈਨੂੰ ਤਾਰਦੇ ਹਾਂ। ਤੇਰੀ ਜ਼ਿੰਮੇਵਾਰੀ ਬਣਦੀ ਹੈ ਕਿ ਤੂੰ ਸਾਡੀ ਪਾਲਣਾ ਕਰੇ। ਚੌਪਈ ਸ਼੍ਰੀ ਨਾਨਕ ਗਾਦੀਪੁਰ ਬੈਸਾ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਗੁਰੂ ਨਾਨਕ ਸਾਹਿਬ ਦੀ ਗੱਦੀ ਤੇ ਬੈਠੇ ਨੇ। ਉਹ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੱਦੀ ਦੇ 10ਵੇਂ ਵਾਰਸ ਨੇ, 10ਵੇਂ ਮਾਲਕ ਹਨ। ਹੁਕਮ ਚਲਾਵੇਂ ਸੁਰਪਤ ਜੈਸਾ। ਉਹ ਇਸ ਤਰ੍ਹਾਂ ਹੁਕਮ ਚਲਾਉਂਦੇ ਨੇ ਆਪਣੇ ਸਿੱਖਾਂ ਤੇ, ਜਿਵੇਂ ਦੇਵਤਿਆਂ ਦੇ ਉੱਤੇ ਰਾਜਾ ਇੰਦਰ ਆਪਣਾ ਹੁਕਮ ਚਲਾਉਂਦਾ। ਦੇਵਤਿਆਂ ਦਾ ਰਾਜਾ ਹੈ ਨਾ, ਰਾਜਾ ਇੰਦਰ, ਜਿਵੇਂ ਉਹ ਆਪਣੀ ਸ਼ਰਨ ਵਿੱਚ ਆਏ ਹੋਏ ਦੇਵਤਿਆਂ ਤੇ ਹੁਕਮ ਚਲਾਉਂਦਾ ਹੈ, ਏਦਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੇ ਸਿੱਖਾਂ ਤੇ ਆਪਣਾ ਹੁਕਮ ਚਲਾਉਂਦੇ ਹਨ। ਅਬ ਤਿਸ ਤੇ ਕੀ ਜੈ ਰਖਵਾਰੀ। ਇਹ ਬਾਦਸ਼ਾਹ ਅਸੀਂ ਤੇਰੀ ਸ਼ਰਨ ਵਿੱਚ ਆ, ਤੂੰ ਹੁਣ ਸਾਡੀ ਗੁਰੂ ਜੀ ਤੋਂ ਰਖਵਾਲੀ ਕਰ, ਤੂੰ ਹੁਣ ਸਾਡੀ ਰੱਖਿਆ ਕਰ। ਇਹ ਉਹ ਗੱਲ ਹੋਈ ਵੀ ਬਿੱਲੀ ਨੂੰ ਜਾ ਕੇ ਦੁੱਧ ਰੱਖ ਕੇ ਕਿਹਾ ਜਾ ਰਿਹਾ ਹੈ ਕਿ ਐ ਬਿੱਲੀ ਤੂੰ ਦੁੱਧ ਦੀ ਰਾਖੀ ਕਰਨੀ ਹੈ। ਹੁਣ ਬਿੱਲੀ ਦੁੱਧ ਦੀ ਰਾਖੀ ਕਿਵੇਂ ਕਰੇਗੀ? ਉਹ ਤਾਂ ਉਹਦੀ ਖੁਰਾਕ ਹੈ। ਇਹ ਪਾਪੀਆਂ ਨੂੰ ਇਹ ਨਹੀਂ ਪਤਾ ਵੀ ਜਿਹਨੂੰ ਕਹਿ ਰਹੇ ਨੇ ਵੀ ਤੂੰ ਸਾਡੀ ਰਾਖੀ ਕਰ, ਉਹ ਤਾਂ ਜਰਵਾਣਾ ਇਹਨਾਂ ਦਾ ਭਖਸ਼ਕ ਹੈ। ਇਹਨਾਂ ਦੀ ਆਬਰੂ ਦਾ, ਇਹਨਾਂ ਦੀ ਪੱਤ ਦਾ, ਇਹਨਾਂ ਦੀ ਹੁਰਮਤ ਦਾ ਉਹ ਤਾਂ ਲੁਟੇਰਾ ਹੈ। ਕਹਿੰਦੇ ਜੀ ਬਾਦਸ਼ਾਹ ਹੁਣ ਤੂੰ ਸਾਡੀ ਗੁਰੂ ਜੀ ਤੋਂ ਰਾਖੀ ਕਰ। ਗੁਰੂ ਸਾਹਿਬ ਤਾਂ ਇਹਨਾਂ ਤੋਂ ਤੈਨੂੰ ਬਚਾ ਰਹੇ ਨੇ, ਰੱਖ ਰਹੇ ਨੇ, ਪਰ ਇਹ ਪਾਪੀ ਫੇਰ ਉਹਨਾਂ ਦੇ ਚਰਨਾਂ ਪੈਰਾਂ ਦੇ ਤਲਵੇ ਚੱਟਦੇ ਨੇ। ਕਹਿੰਦੇ ਬਾਦਸ਼ਾਹ ਤੂੰ ਸਾਡੀ ਗੁਰੂ ਜੀ ਤੋਂ ਰਖਵਾਲੀ ਕਰ। ਨਹੀਂ ਤਦੇ ਹੈ ਗਿਰਦੂਨੀ ਉਜਾਰੀ। ਨਹੀਂ ਤਾਂ ਗੁਰੂ ਜੀ ਨੇ ਸਾਡੇ ਪਹਾੜਾਂ ਦੀਆਂ ਜਿੰਨੀਆਂ ਦੂਣਾ ਨੇ ਉਹ ਉਹਨਾਂ ਨੇ ਉਜਾੜ ਕੇ ਤਹਿਸ ਨਹਿਸ ਕਰ ਦੇਣੀਆਂ ਹਨ। ਰਾਜ ਅਕਾਰਥ ਹਮਰੋ ਕਰਿਓ। ਸਾਡਾ ਸਾਰਾ ਰਾਜ ਉਹਨਾਂ ਨੇ ਅਕਾਰਥ ਕਰ ਦੇਣਾ, ਅਕਾਰਥ ਕਰ ਦੇਣਾ। ਜਿਹੜੀ ਅਰਾਜਕਤਾ ਹੈ ਉਹਨਾਂ ਨੇ ਸਾਡੇ ਰਾਜ ਦੇ ਵਿੱਚ ਫੈਲਾ ਦੇਣੀ ਹੈ। ਲੂਟ ਕੂਟ ਬਿਨ ਦੁਤੀਏ ਨਾ ਧਰਿਓ। ਕਿਉਂਕਿ ਗੁਰੂ ਤੇ ਉਹਨਾਂ ਦੇ ਜਿਹੜੇ ਸਿੰਘ ਨੇ ਉਹ ਲੁੱਟ ਖਸੁੱਟ ਤੋਂ ਬਿਨਾਂ ਕੋਈ ਦੂਜਾ ਕੰਮ ਹੀ ਨਹੀਂ ਕਰਦੇ। ਹਾਲਾਂਕਿ ਸਿੰਘ ਕਦੇ ਵੀ ਜਾ ਕੇ ਇਹਨਾਂ ਦੇ ਨਗਰਾਂ ਨੂੰ ਨਹੀਂ ਲੁੱਟਦੇ। ਹਾਂ, ਉਹ ਨਗਰ ਜ਼ਰੂਰ ਸੋਧੇ ਨੇ ਖਾਲਸੇ ਨੇ, ਜਿਨ੍ਹਾਂ ਨਗਰਾਂ ਨੇ ਗੁਰੂ ਕੀਆਂ ਸੰਗਤਾਂ ਨਾਲ ਵਧੀਕੀ ਕਰਕੇ ਸੰਗਤ ਨੂੰ ਲੁੱਟਿਆ ਸੀ। ਪਰ ਦੁਸ਼ਮਣ ਦਾ ਸੁਭਾਅ ਹੁੰਦਾ, ਦੁਸ਼ਮਣ ਬਾਤ ਕਰੇ ਅਣਹੋਈ, ਅਣਹੋਈ ਗੱਲ ਕਰਨੀ ਹੁੰਦੀ ਹੈ ਦੁਸ਼ਮਣ ਨੇ।
ਕਹਿੰਦੇ ਜੀ ਗੁਰੂ ਤੇ ਗੁਰੂ ਦੇ ਜਿਹੜੇ ਸਿੰਘ ਨੇ ਉਹ ਲੁੱਟ ਖਸੁੱਟ ਤੋਂ ਬਿਨਾਂ ਕੋਈ ਦੂਜਾ ਕੰਮ ਨਹੀਂ ਕਰਦੇ। ਲੜਕੈ ਬਹੁਤ ਕਾਲ ਹਮ ਹਾਰੇ। ਅਸੀਂ ਬੜਾ ਲੰਮਾ ਸਮਾਂ ਉਹਨਾਂ ਨਾਲ ਲੜੇ ਹਾਂ, ਉਹਨਾਂ ਨਾਲ ਜੰਗ ਕੀਤੇ ਨੇ, ਪਰ ਉਹਨਾਂ ਨਾਲ ਲੜ ਕੇ ਅਸੀਂ ਜਿੰਨੀ ਵਾਰ ਵੀ ਲੜੇ ਹਾਂ ਸਾਨੂੰ ਹਾਰ ਦਾ ਮੂੰਹ ਵੇਖਣਾ ਪਿਆ ਹੈ। ਹੋਏ ਲਾਚਾਰ ਸਭ ਇਤੋਂ ਪਧਾਰੇ। ਹੁਣ ਅਸੀਂ ਬਾਦਸ਼ਾਹ ਗੁਰੂ ਜੀ ਵੱਲੋਂ ਲਾਚਾਰ ਹੋ ਕੇ ਜਦੋਂ ਸਾਡੀ ਕੋਈ ਪੇਸ਼ ਨਹੀਂ ਚੱਲਦੀ, ਸਾਡਾ ਕੋਈ ਜ਼ੋਰ ਨਹੀਂ ਚੱਲਦਾ, ਤਾਂ ਅਸੀਂ ਚੱਲ ਕੇ ਤੇਰੀ ਪਨਾਹ ਵਿੱਚ ਆਏ ਹਾਂ। ਅਬ ਲਸ਼ਕਰ ਜੇ ਪਟੋ ਬਡੇਰਾ। ਹੁਣ ਜੇ ਤੂੰ ਆਪਣਾ ਲਸ਼ਕਰ ਭੇਜੇ, ਉਹ ਵੀ ਥੋੜਾ ਨਹੀਂ, ਵੱਡੀ ਗਿਣਤੀ 'ਚ। ਥੋੜੇ ਬਹੁਤੇ ਲਸ਼ਕਰ ਨਾਲ ਨਹੀਂ ਗੱਲ ਬਣਨੀ, ਤੈਨੂੰ ਹੁਣ ਵੱਡੀ ਗਿਣਤੀ ਵਿੱਚ ਲਸ਼ਕਰ ਜੇ ਤੂੰ ਭੇਜੇ। ਤੋਪ ਜੰਬੂਰੇ ਸਾਜ ਕਨੇਰਾ। ਔਰ ਕੱਲਾ ਲਸ਼ਕਰ ਹੀ ਨਹੀਂ, ਨਾਲ ਆਪਣੀਆਂ ਤੋਪਾਂ, ਜਮੂਰੇ, ਜੰਜੈਲਾਂ, ਜਿੰਨੇ ਅਸਤਰ ਨੇ, ਉਹ ਅਸਤਰ ਤੇ ਸ਼ਸਤਰ ਵੀ ਨਾਲ ਭੇਜਣਾ ਕਰ। ਅਲਪ ਚਮੂ ਤੇ ਕਾਜ ਨ ਸਰੇ। ਜੇ ਤੂੰ ਆਖੇ ਵੀ 10-20 ਹਜ਼ਾਰ ਬੰਦੇ ਨਾਲ ਜਾਂ 50 ਹਜ਼ਾਰ ਬੰਦੇ ਨਾਲ ਤੂੰ ਗੁਰੂ ਜੀ ਨੂੰ ਸਿੱਧ ਕਰ ਲਵੇਂਗਾ ਤੇ ਇਹ ਵੀ ਤੇਰਾ ਭੁਲੇਖਾ ਹੈ। ਬਾਦਸ਼ਾਹ ਥੋੜੇ ਫੌਜ ਨਾਲ, ਥੋੜੀ ਸੈਨਾ ਨਾਲ ਵੀ ਗੱਲ ਨਹੀਂ ਬਣਨੀ। ਤਿਸ ਕੋ ਤਰਾਸ ਗੁਰੂ ਨੇ ਧਰੇ। ਥੋੜੀ ਫੌਜ ਦਾ ਤਾਂ ਗੁਰੂ ਭੈ ਹੀ ਨਹੀਂ ਮੰਨਦਾ। 1.25 ਲੱਖ ਦੁਸ਼ਮਣ ਗਿਆ ਸੀ, ਉਹਨਾਂ ਨੇ ਉਹਦਾ ਭੈ ਨਹੀਂ ਮੰਨਿਆ, ਉਹਦਾ ਡਰ ਨਹੀਂ ਮੰਨਿਆ। 2.5-3 ਲੱਖ ਦੀ ਗਿਣਤੀ ਵਿੱਚ ਅਸੀਂ ਫੌਜ ਇਕੱਠੀ ਕਰਕੇ ਲੈ ਕੇ ਗਏ ਸੀ, ਗੁਰੂ ਨੇ ਉਹਦਾ ਵੀ ਭੈ ਨਹੀਂ ਮੰਨਿਆ। ਗਹਿ ਲੀਜੈ ਕਹਿ ਰਣ ਮੈਂ ਮਾਰੋ। ਇਸ ਕਰਕੇ ਤੈਨੂੰ ਅਣਗਿਣਤ ਫੌਜ ਭੇਜਣੀ ਪੈਣੀ ਹੈ। ਜਾਂ ਤਾਂ ਗੁਰੂ ਜੀ ਨੂੰ ਪਕੜ ਲੈ, ਜਾਂ ਫਿਰ ਉਹਨਾਂ ਨੂੰ ਪਕੜ ਕੇ ਆਪਣੇ ਕੋਲ ਕੈਦੀ ਬਣਾ ਕੇ ਰੱਖ ਲੈ। ਤੋ ਆਪਣੋ ਸਭ ਕਾਜ ਸੁਧਾਰੋ। ਤਾਂ ਤੂੰ ਤੇ ਸਾਡੇ ਸਾਰਿਆਂ ਦੇ ਕਾਰਜ ਸਿੱਧ ਕਰ ਸਕਦਾ, ਤੇਰਾ ਕੰਮ ਵੀ ਸਬਰ ਜਾਏਗਾ, ਔਰ ਹੇ ਬਾਦਸ਼ਾਹ ਸਾਡੇ ਕੰਮ ਵੀ ਸਬਰ ਜਾਣਗੇ। ਸੁਨ ਨੌਰੰਗ ਮਨ ਭਇਓ ਹੈਰਾਨਾ। ਜਦੋਂ ਪਹਾੜੀ ਰਾਜਿਆਂ ਨੇ ਸਾਰੀਆਂ ਗੱਲਾਂ ਔਰੰਗੇ ਨੂੰ ਸੁਣਾਈਆਂ, ਔਰੰਗਾ ਸੁਣੀ ਵੀ ਜਾਂਦਾ, ਨਾਲੇ ਹੈਰਾਨ ਵੀ ਹੁੰਦਾ। ਬੜੀ ਹੈਰਾਨੀ ਦੇ ਨਾਲ ਸੁਣਦਾ ਤੇ ਹੈਰਾਨ ਹੁੰਦਾ। ਜਿਸਨੇ ਏਵ ਕਰਨ ਕੋ ਠਾਨਾ। ਔਰ ਬੜਾ ਹੈਰਾਨ ਹੁੰਦਾ, ਦੰਗ ਹੁੰਦਾ ਵੀ ਗੁਰੂ ਜੀ ਨੇ ਇਹੋ ਜਿਹੇ ਸਿੰਘ ਬਣਾਏ ਨੇ ਜਿਹੜੇ ਡਰਦੇ ਹੀ ਨਹੀਂ, ਭੈ ਹੀ ਨਹੀਂ ਮੰਨਦੇ। ਭਾਵੇਂ ਲੱਖਾਂ ਦੀ ਗਿਣਤੀ ਕਿ ਸੂਰਮੇ ਜਾਣ ਤਾਂ ਵੀ ਗੁਰੂ ਭੈ ਨਹੀਂ ਮੰਨਦਾ। ਬੜਾ ਹੈਰਾਨ ਤੇ ਦੰਗ ਹੁੰਦਾ। ਇੱਕ ਕਵੀ ਲਿਖਦਾ ਮਹਾਰਾਜ ਜੀ ਦੇ ਸਮੇਂ ਦਾ, ਉਹ ਕਹਿੰਦਾ ਲੋਗ ਕਹਿਬੇ ਦੰਗ ਕੀਨੋ ਇਹ ਨਿਹੰਗ ਮੈਂ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਐ ਕਿ ਲੋਕਾਂ ਨੂੰ ਹੈਰਾਨ ਕਰਨ ਲਈ, ਲੋਕਾਂ ਨੂੰ ਅਸਚਰਜ ਵਿੱਚ ਲਿਜਾਣ ਲਈ, ਵੀ ਲੋਕ ਵੇਖ ਕੇ ਹੈਰਾਨ ਹੋ ਜਾਣ, ਕਹਿੰਦੇ ਮੈਂ ਇਹ ਨਿਹੰਗ ਸਾਜੇ ਨੇ, ਯਾਨੀ ਕਿ ਖਾਲਸਾ ਸਾਜਿਆ। ਵੀ ਵੇਖ ਕੇ ਹੈਰਾਨ ਹੋ ਜਾਣ, ਇਦਾਂ ਦੇ ਖਾਲਸੇ, ਇਦਾਂ ਦੇ ਸਿੰਘ, ਇਤਨੀ ਸੂਰਬੀਰਤਾ ਇਹਨਾਂ ਅੰਦਰ, ਇਤਨੀ ਉਦਾਰਤਾ ਹੈ। ਔਰੰਗਜ਼ੇਬ ਵੀ ਸੁਣ ਕੇ ਹੈਰਾਨ ਹੋਇਆ, ਇਹਦਾ ਮਨ ਵੀ ਹੈਰਾਨੀ ਨਾਲ ਭਰ ਗਿਆ। ਸੋ ਥੋਰਨ ਤੇ ਕਿਮ ਸਾਧ ਆਵੇ। ਕਹਿਣ ਲੱਗੇ ਵੀ ਜੇ ਇੰਨੀ ਫੌਜ ਇਕੱਠੀ ਕਰਕੇ ਲਿਜਾਂਦੇ ਰਹੇ ਨੇ ਰਾਜੇ, ਤੇ ਜੇ ਮੈਂ ਥੋੜੀ ਜੀ ਫੌਜ ਭੇਜਾਂ ਤੇ ਥੋੜੀ ਫੌਜ ਨਾਲ ਉਹਨਾਂ ਨੇ ਕਿੱਥੇ ਸਿੱਧ ਹੋਣਾ, ਕਿੱਥੇ ਕਾਬੂ ਆਉਣਾ। ਮਾਰਨ ਮਰਨ ਜਿਸੈ ਮਨ ਭਾਵੇ। ਕਿਉਂਕਿ ਗੁਰੂ ਜੀ ਮਾਰਨਾ ਤੇ ਮਰਨਾ ਉਹ ਜਾਣਦੇ ਨੇ, ਮਾਰਨਾ ਔਰ ਮਰਨਾ ਹੀ ਉਹਨਾਂ ਦੇ ਮਨ ਨੂੰ ਭਾਉਂਦਾ ਹੈ। ਪੈਂਡ ਖਾਨ ਬਾਨਨ ਸੋ ਕਾਇਓ। ਉਹਨਾਂ ਨੇ ਮੇਰਾ ਵੱਡਾ ਜਰਨੈਲ ਪੈਂਡੇ ਖਾਨ ਆਪਣੇ ਤੀਰਾਂ ਦੇ ਨਾਲ ਮਾਰ ਮੁਕਾਇਆ। ਲੜਕੈ ਖਾਨ ਵਜੀਦ ਪਲਾਇਓ। ਵਜ਼ੀਰ ਖਾਨ ਵੀ ਉਹਨਾਂ ਨਾਲ ਲੜ ਕੇ ਹਾਰ ਗਿਆ, ਹਾਰ ਕੇ ਭੱਜ ਗਿਆ ਹੈ। ਸੈਦ ਬੇਗ ਅਰ ਸੈਦੇ ਖਾਨ। ਫਿਰ ਸੈਦ ਬੇਗ ਤੇ ਸੈਦੇ ਖਾਨ ਬਨੇ ਮੁਰੀਦ ਪੀਰ ਕੋ ਮਾਨ। ਉਹਨਾਂ ਨੂੰ ਪਤਾ ਨਹੀਂ ਕੀ ਹੋਇਆ, ਉਹ ਜਾ ਕੇ ਗੁਰੂ ਦੇ ਮੁਰੀਦ ਬਣ ਗਏ, ਉਹਨਾਂ ਨੂੰ ਆਪਣਾ ਪੀਰ ਬਣਾ ਲਿਆ। 1.25 ਲੱਖ ਸੈਨਾ ਭਜ ਆਈ। ਔਰ 1.25 ਲੱਖ ਸੈਨਾ ਲੈ ਕੇ ਗਿਆ ਸੀ ਸੈਦ ਖਾਨ। ਸੈਦ ਖਾਨ ਆਪ ਤਾਂ ਗੁਰੂ ਦਾ ਮੁਰੀਦ ਹੋ ਗਿਆ, ਬਾਕੀ ਜਿੰਨੀ ਫੌਜ ਸੀ ਉਹ ਲੜਨ ਦੀ ਬਜਾਏ ਵਾਪਸ ਭੱਜ ਕੇ ਆ ਗਈ, ਖਾਲੀ ਹਾਰ ਖਾ ਕੇ। ਅਧਿਕ ਸਮਾਜ ਲੁਟਾਏ ਬਿਹਾਈ। ਔਰ ਆਪਣਾ ਸਾਰਾ ਸਾਜ ਸਮਾਜ ਲੁਟਾ ਕੇ ਆਏ ਨੇ,
ਬੜੇ ਦੁਖੀ ਹੋ ਕੇ ਵਾਪਸ ਆਏ ਨੇ। ਅਸਨੈ ਹੋਏ ਫਤੂਰ ਉਠਾਵੇ। ਐਸਾ ਨਾ ਹੋਵੇ ਕਿ ਗੁਰੂ ਜੀ ਪੰਜਾਬ ਚੋਂ ਨਿਕਲ ਕੇ ਇੱਧਰ ਸਾਡੇ ਵੱਲ ਆ ਕੇ ਵੀ ਫਤੂਰ ਪਾ ਦੇਣ, ਦਿੱਲੀ ਲਗ ਲੜ ਤੋਂ ਚੱਲ ਆਵੇ। ਕਿਉਂਕਿ ਜਿਹੜੇ ਹੁਣ ਉੱਥੇ ਲੜ ਰਹੇ ਨੇ ਉਹ ਦਿਨ ਦੂਰ ਨਹੀਂ, ਜਦੋਂ ਉਹ ਚਲਦਿਆਂ ਚਲਦਿਆਂ ਲੜਦਿਆਂ ਦਿੱਲੀ ਤੱਕ ਵੀ ਆ ਪਹੁੰਚਣਗੇ। ਫਿਰੈ ਮੁਲਕ ਹੋਏ ਤਿਸ ਅਨੁਸਾਰ। ਕਿਉਂਕਿ ਸਾਰਾ ਮੁਲਕ ਉਹਨਾਂ ਦੇ ਅਧੀਨ ਹੋ ਕੇ, ਉਹਨਾਂ ਦੇ ਅਨੁਸਾਰੀ ਹੋ ਕੇ ਚੱਲਦਾ ਹੈ। ਪਠੇ ਵਕੀਲ ਨ ਆਏ ਹਕਾਰਾ। ਮੈਂ ਆਪਣੇ ਵਕੀਲ ਭੇਜੇ ਸੀ ਉਹਨਾਂ ਨੂੰ ਸੱਦਣ ਲਈ, ਪਰ ਉਹ ਮੇਰੇ ਸੱਦੇ ਤੇ ਚੱਲ ਕੇ ਨਹੀਂ ਆਏ। ਮੇਰੇ ਸੱਦੇ ਦੀ ਉਹਨਾਂ ਨੇ ਕੋਈ ਪਰਵਾਹ ਨਹੀਂ ਕੀਤੀ, ਇਹੋ ਜਿਹੇ ਬੇਪਰਵਾਹ ਹਨ। ਪੰਥ ਹਜ਼ਾਰੋਂ ਨਰ ਨਿਤ ਬਨੇ। ਹਜ਼ਾਰਾਂ ਦੀ ਗਿਣਤੀ ਵਿੱਚ ਸਿੰਘ ਉਹਨਾਂ ਦੀ ਫੌਜ ਵਿੱਚ ਰੋਜ਼ ਭਰਤੀ ਹੁੰਦੇ ਨੇ। ਹਜ਼ਾਰਾਂ ਖਾਲਸੇ ਨਿਤ ਤਿਆਰ ਹੁੰਦੇ ਨੇ। ਆਯੁਧ ਧਰ ਧਰ ਰਣ ਮੈਂ ਹਨੇ। ਔਰ ਉਹ ਸ਼ਸਤਰ ਧਾਰਨ ਕਰਕੇ ਜੰਗ ਦੇ ਮੈਦਾਨ 'ਚ ਵੈਰੀ ਦਲ ਨੂੰ ਮਾਰਦੇ ਹਨ, ਮੁਕਾਉਂਦੇ ਹਨ ਔਰ ਜੂਝਦੇ ਹਨ। ਕਹਿਓ ਕੋਪ ਕਰਕੇ ਤਿਸ ਕਾਲਾ। ਰੰਗੇ ਨੇ ਸਾਰੀਆਂ ਗੱਲਾਂ ਸੋਚੀਆਂ, ਫਿਰ ਬੜਾ ਗੁੱਸੇ ਵਿੱਚ ਆਇਆ ਹੋਇਆ ਬੋਲਿਆ, ਕਹਿਣ ਲੱਗਾ, ਨਰੰਗਾ ਪਾਪੀ, ਜੋ ਦਿੱਲੀ ਮੈਂ ਚਮੂ ਵਿਸਾਲਾ। ਹੁਕਮ ਕੀਤਾ ਇਹਨੇ ਪਰਵਾਨੇ ਜਾਰੀ ਕਰਾਏ। ਕਹਿਣ ਲੱਗਾ, ਦਿੱਲੀ ਵਿੱਚ ਇਸ ਵਕਤ ਜਿਤਨੀ ਫੌਜ ਹੈ ਪ੍ਰਬੰਧ ਵਾਸਤੇ, ਸੋ ਸਭ ਰਾਜਨ ਕੇ ਸੰਗ ਹੋਏ। ਉਹ ਸਾਰੀ ਫੌਜ ਦਿੱਲੀ ਤੋਂ ਇਹਨਾਂ ਪਹਾੜੀ ਰਾਜਿਆਂ ਦੇ ਨਾਲ ਚੜ ਕੇ ਚਲੀ ਜਾਵੇ। ਕਰੇ ਆਨੰਦਪੁਰ ਪਰ ਢੋਏ। ਔਰ ਸ੍ਰੀ ਆਨੰਦਪੁਰ ਸਾਹਿਬ ਵੱਲ ਜਾ ਕੇ ਢੋਈ ਕਰੋ, ਯਾਨੀ ਕਿ ਹਮਲਾ ਕਰੋ, ਰਾਜਿਆਂ ਨੂੰ ਨਾਲ ਲੈ ਲਵੋ। ਸਿਰੰਦ ਕੋ ਸੂਬਾ ਦਲ ਜੋਰ। ਜਿੱਥੇ ਦਿੱਲੀੋਂ ਸਾਰੀ ਫੌਜ ਜਾਵੇ, ਉਥੇ ਸੂਬੇ ਸਰਹੰਦ ਦੀ ਜਿਤਨੀ ਫੌਜ ਹੈ ਉਹਨੂੰ ਆਪਣੇ ਨਾਲ ਲੈ ਕੇ ਸੂਬਾ ਸਰਹੰਦ ਵੀ ਇਹਨਾਂ ਦੇ ਨਾਲ ਚੜ ਕੇ ਜਾਵੇ। ਸੋ ਪੀ ਚੜੇ ਸਤਗੁਰ ਕੀ ਔਰ। ਉਹ ਵੀ ਆਪਣਾ ਸਾਰਾ ਦਲ ਬਲ ਲੈ ਕੇ ਗੁਰੂ ਜੀ ਤੇ ਚੜ੍ਹਾਈ ਕਰੇ। ਉਤਲਵਪੁਰ ਦਿਸ਼ ਦਲ ਜੈ ਕਹਾ। ਉਧਰ ਲਾਹੌਰ ਸ਼ਹਿਰ ਵਿੱਚ, ਜਲੰਧਰ ਵਿੱਚ ਜਿੰਨਾ ਵੀ ਦਲ ਬਲ ਹੈ, ਜਿੰਨੀਆਂ ਵੀ ਫੌਜਾਂ ਨੇ, ਉਹ ਵੀ ਸਾਰੇ ਸੂਬੇਦਾਰ ਆਪਣੀ ਫੌਜ ਇਕੱਠੀ ਕਰਕੇ ਆ ਜਾਣ ਇਹਨਾਂ ਦੀ ਮਦਦ ਲਈ। ਜ਼ਬਰਦਸਤ ਲੈ ਕਰ ਸੰਗ ਮਹਾ। ਲਾਹੌਰ ਦਾ ਜਿਹੜਾ ਸੂਬੇਦਾਰ ਸੀ ਉਹਦਾ ਨਾਮ ਸੀ ਜ਼ਬਰਦਸਤ ਖਾਨ। ਜ਼ਬਰਦਸਤ ਖਾਨ ਆਪਣੇ ਨਾਲ ਲਾਹੌਰ ਸ਼ਹਿਰ ਵਿੱਚ ਜਿੰਨੀ ਫੌਜ ਹੈ ਉਹਨਾਂ ਨੂੰ ਨਾਲ ਲੈ ਕੇ ਗੁਰੂ ਜੀ ਤੇ ਹਮਲਾ ਕਰੇ ਤੇ ਇਹਨਾਂ ਰਾਜਿਆਂ ਦੀ ਮਦਦ ਕਰੇ। ਗੁਰ ਕੀ ਦਿਸ਼ ਸਭ ਕਰੇ ਚੜਾਈ। ਇਹ ਸਾਰੇ ਸੂਬੇਦਾਰ ਇਕੱਠੇ ਹੋ ਕੇ ਗੁਰੂ ਜੀ ਵੱਲ ਚੜ੍ਹਾਈ ਕਰਨ, ਜਾ ਕੇ ਗੁਰੂ ਜੀ ਤੇ ਹਮਲਾ ਕਰਨ। ਅਟਕ ਪ੍ਰਿਅੰਤ ਚਮੂ ਸਮੁਦਾਈ। ਉਧਰ ਅਟਕ ਦਰਿਆ ਤੱਕ ਜਿੰਨੀਆਂ ਫੌਜਾਂ ਨੇ, ਜਿੰਨੇ ਸੂਬੇਦਾਰ ਨੇ, ਉਹ ਸਾਰੇ ਆਪੋ ਆਪਣਾ ਦਲ ਬਲ ਲੈ ਕੇ, ਤੋਪਾਂ ਦਾ, ਅਸਤਰਾਂ ਸ਼ਸਤਰਾਂ ਦਾ ਜ਼ਖੀਰਾ ਲੈ ਕੇ ਆ ਜਾਣ ਤੇ ਇਕੱਠੇ ਹੋ ਕੇ ਰਾਜਿਆਂ ਦੀ ਮਦਦ ਕਰਨ ਤੇ ਗੁਰੂ ਜੀ ਤੇ ਹਮਲਾ ਕਰਨ। ਜਬ ਅਵਰੰਗ ਇਮ ਹੁਕਮ ਬਖਾਨਾ। ਇਸ ਤਰ੍ਹਾਂ ਜਦੋਂ ਰੰਗੇ ਨੇ ਇਹ ਹੁਕਮਨਾਮੇ ਜਾਰੀ ਕੀਤੇ, ਲਿਖੇ ਪਤਰ ਜੈ ਕੈ ਬਿਦ ਨਾਨਾ। ਜਿੰਨੇ ਸੂਬੇਦਾਰ ਸੀ, ਸੂਬਾ ਲਾਹੌਰ, ਸੂਬਾ ਸਰਹੰਦ, ਸੂਬਾ ਜਲੰਧਰ, ਸੂਬਾ ਪਿਸ਼ਾਵਰ, ਸੂਬਾ ਮੁਲਤਾਨ, ਕਹਿੰਦੇ ਸਾਰਿਆਂ ਨੂੰ ਆਪਣੇ ਪੱਤਰ ਭੇਜ ਦਿੱਤੇ ਫੌਜਾਂ ਨੂੰ ਇਕੱਠਿਆਂ ਕਰਕੇ ਸ੍ਰੀ ਆਨੰਦਪੁਰ ਸਾਹਿਬ ਹਮਲਾ ਕਰਨ ਵਾਸਤੇ। ਭੀਮ ਚੰਦ ਕਰ ਹਰਖ ਮਾਨਾ। ਰਾਜਾ ਭੀਮ ਚੰਦ ਬੜਾ ਖੁਸ਼ ਹੋਇਆ, ਬੜਾ ਪ੍ਰਸੰਨ ਹੋਇਆ ਵੀ ਇਹ ਤਾਂ ਗੱਲ ਬਣ ਗਈ। ਬਾਦਸ਼ਾਹ ਨੇ ਬਹੁਤ ਸਾਰੀ ਫੌਜ, ਜਦੋਂ ਸਾਰੇ ਸੂਬਿਆਂ ਦੀ ਫੌਜ ਇਕੱਠੀ ਹੋਵੇਗੀ ਤਾਂ ਬੜੀ ਵੱਡੀ ਗਿਣਤੀ ਹੋ ਜਾਏਗੀ ਸਾਰੀ ਫੌਜ ਦੀ। ਖਰੋ ਜੋਰ ਕਰ ਕਹਿਤ ਸੁਜਾਨਾ। ਹੱਥ ਜੋੜ ਕੇ ਰਾਜਾ ਭੀਮ ਚੰਦ ਬਾਦਸ਼ਾਹ ਦੇ ਸਾਹਮਣੇ ਖਲੋ ਗਿਆ ਔਰ ਬੋਲਿਆ, ਕਹਿਣ ਲੱਗਾ, ਜਬ ਗਮਨੇਗੀ ਚਮੂ ਵਿਸਾਲਾ। ਕਹਿਣ ਲੱਗੇ, ਬਾਦਸ਼ਾਹ ਸਲਾਮਤ, ਜਦੋਂ ਤੁਹਾਡੀ ਇਹ ਬੜੀ ਵੱਡੀ ਫੌਜ ਚੜ ਕੇ ਗੁਰੂ ਜੀ ਤੇ ਜਾਵੇਗੀ, ਹੰਪੀ ਦੇਸ਼ ਨਰ ਜੋਰੇ ਜਾਲਾ। ਇਹ ਨਹੀਂ ਵੀ ਕੱਲੀ ਤੁਹਾਡੀ ਫੌਜ ਹੋਵੇਗੀ, ਅਸੀਂ ਵੀ ਆਪਣੀਆਂ ਰਿਆਸਤਾਂ ਵਿੱਚ ਜਿੰਨੇ ਲੋਕ ਨੇ, ਜਿੰਨੀ ਫੌਜ ਹੈ, ਸਭ ਨੂੰ ਇਕੱਠਿਆਂ ਕਰਾਂਗੇ। ਜਿੰਨੀ ਛੇੜ ਹੈ ਸਾਡੇ ਇਲਾਕਿਆਂ ਵਿੱਚ, ਰਿਆਸਤਾਂ ਵਿੱਚ ਗੁੱਜਰਾਂ ਤੇ ਰੰਗੜਾਂ ਦੀ,
ਉਹ ਸਾਰੇ ਆਪਣੇ ਨਾਲ ਇਕੱਠੇ ਕਰਕੇ ਲੈ ਕੇ ਆਵਾਂਗੇ। एक बार सगरे बल कर है ਅਸੀਂ ਸਾਰੇ ਇੱਕੋ ਵਾਰ ਇਕੱਠੇ ਹੋ ਕੇ ਹਮਲਾ ਬੋਲਾਂਗੇ। गुरु शत्रु को देश निकर है ਗੁਰੂ ਜਿਹੜਾ ਤੇਰਾ ਵੀ ਦੁਸ਼ਮਣ ਹੈ ਸਾਡਾ ਵੀ ਦੁਸ਼ਮਣ ਹੈ, ਉਹਨਾਂ ਨੂੰ ਅਸੀਂ ਆਨੰਦਪੁਰ ਸਾਹਿਬ ਦੇ ਵਿੱਚੋਂ ਹੀ ਨਹੀਂ ਆਪਣੇ ਦੇਸ਼ ਵਿੱਚੋਂ ਹੀ ਕੱਢ ਕੇ ਕਿਤੇ ਬਾਹਰ ਭੇਜ ਦੇਾਂਗੇ। जे ना करत रावर उपराला ਏ ਬਾਦਸ਼ਾਹ ਸਲਾਮਤ, ਜੇ ਤੂੰ ਹੁਣ ਵੀ ਉਹਨਾਂ ਦਾ ਉਪਾਅ ਨਾ ਕਰਦਾ, ਉਹਨਾਂ ਵਾਸਤੇ ਫੌਜ ਨਾ ਭੇਜਣ ਨੂੰ ਰਾਜੀ ਹੁੰਦਾ ਤਾਂ हमरे साथ लड़त चिरकाला ਸਾਡੇ ਨਾਲ ਤਾਂ ਗੁਰੂ ਜੀ ਨੂੰ ਲੜਦਿਆਂ ਕਾਫੀ ਸਮਾਂ ਹੋ ਹੀ ਚੁੱਕਾ ਹੈ। वदत निता प्रत दल बड करत ਔਰ ਉਹਨਾਂ ਦਾ ਦਲ ਬਲ ਨਿਤਾ ਪ੍ਰਤੀ ਵੱਧ ਰਿਹਾ ਹੈ। पुन एक दिन तुम सन पी लड़त ਜੇ ਤੂੰ ਹੁਣ ਵੀ ਉਹਨਾਂ ਨੂੰ ਰੋਕਣ ਦਾ ਉਪਰਾਲਾ ਨਾ ਕਰਦਾ ਤੇ ਉਹ ਦਿਨ ਦੂਰ ਨਹੀਂ ਸੀ ਕਿ ਗੁਰੂ ਜੀ ਨੇ ਆਪਣਾ ਸਾਰਾ ਦਲ ਲੈ ਕੇ ਬਾਦਸ਼ਾਹ ਤੇਰੇ ਤੇ ਵੀ ਚੜ੍ਹਾਈ ਕਰਕੇ ਆ ਜਾਣਾ ਸੀ। ਉਹਨਾਂ ਨੇ ਆ ਕੇ ਤੇਰੇ ਨਾਲ ਵੀ ਜੰਗ ਮਚਾ ਲੈਣਾ ਸੀ। इसी हेत ते आप विचारो ਇਸੇ ਹੇਤ ਕਰਕੇ हे ਬਾਦਸ਼ਾਹ ਸਲਾਮਤ, ਤੁਸੀਂ ਇਹਨਾਂ ਸਾਰੀਆਂ ਗੱਲਾਂ ਨੂੰ ਦੂਰਅੰਦੇਸ਼ੀ ਬਿਰਤੀ ਦੇ ਨਾਲ ਵਿਚਾਰੋ। आहे अलप रिप गहो के मारो ਦੁਸ਼ਮਣ ਹਾਲੇ ਤਾਕਤ ਵਿੱਚ ਛੋਟਾ ਹੈ, ਉਹਨੂੰ ਜਾਂ ਫੜ ਲਵੋ ਜਾਂ ਫਿਰ ਮਾਰ ਕੇ ਸਦਾ ਲਈ ਮੁਕਾ ਦਿਓ। सुन कर हृदय तपे चवगत्ता ਬਾਦਸ਼ਾਹ ਨੁਰੰਗਾ ਜਦੋਂ ਭੀਮ ਚੰਦ ਆਦਿਕ ਰਾਜਿਆਂ ਦੀਆਂ ਗੱਲਾਂ ਸੁਣਦਾ ਗੁਰੂ ਸਾਹਿਬ ਜੀ ਦੇ ਸੰਬੰਧੀ, ਸੁਣ ਸੁਣ ਕੇ ਇਹਦਾ ਹਿਰਦਾ ਸੜਦਾ ਭੁੱਜਦਾ ਹੈ। ਖਾਲਸਾ ਜੀ, ਮੀਂਹ ਪੈਣ ਨਾਲ ਸਾਰੀ ਬਨਸਪਤੀ ਹਰੀ ਹੁੰਦੀ ਹੈ, ਪਰ ਜਵਾਸੇ ਦਾ ਬੂਟਾ ਸੜ ਕੇ ਸਵਾਹ ਹੋ ਜਾਂਦਾ ਹੈ। ਸਤਿਗੁਰਾਂ ਦੀ ਸੋਭਾ ਸੁਣ ਕੇ ਜਿੱਥੇ ਸਾਰੀ ਦੁਨੀਆ ਖੇੜੇ ਚ ਆਉਂਦੀ ਹੈ, ਉੱਥੇ ਨੁਰੰਗੇ ਵਰਗੇ ਤੇ ਪਹਾੜੀ ਰਾਜਿਆਂ ਵਰਗੇ ਜਿਹੜੇ ਮਲੇਛ ਨੇ, ਮਹਾਰਾਜ ਜੀ ਦਾ ਜਸ ਸੁਣ ਕੇ ਸੜ ਬਲ ਜਾਂਦੇ ਨੇ। ਨੁਰੰਗੇ ਦਾ ਹਿਰਦਾ ਵੀ ਸੜਦਾ ਤੇ ਕ੍ਰਿਜਦਾ ਹੈ। राजमान ते बहु मद मत्ता ਆਪਣੇ ਰਾਜ ਭਾਗ ਦੇ ਮਾਣ ਦੇ ਵਿੱਚ, ਹੰਕਾਰ ਦੇ ਵਿੱਚ ਮਸਤਿਆ ਫਿਰਦਾ, ਬਰਲਿਆ ਫਿਰਦਾ ਹੈ। ਪੈਂਡ ਖਾਨ ਕੋ ਮਰਬੋ ਸੁਨਿਓ ਇਹਨੇ ਸੁਣਿਆ ਹੈ ਕਿ ਕਿਵੇਂ ਗੁਰੂ ਜੀ ਨੇ ਪੈਂਡੇ ਖਾਨ ਨੂੰ ਮਾਰਿਆ ਹੈ, ਦੀਨ ਬੇਗ ਕਾਇਲ ਤਨ ਭੰਨਿਓ ਔਰ ਕਿਵੇਂ ਦੀਨਾ ਬੇਗ ਨੂੰ ਘਾਇਲ ਕਰਕੇ ਇੱਥੇ ਭੇਜਿਆ, ਉਹ ਵੀ ਇਹਨੇ ਸੁਣਿਆ। ਪਾਏ ਦੇਸ਼ ਮੈਂ ਦੁੰਦ ਵਿਸਾਲਾ ਔਰ ਗੁਰੂ ਜੀ ਨੇ ਪੰਜਾਬ ਦੇਸ਼ ਦੇ ਵਿੱਚ ਬੜਾ ਭਾਰੀ ਧੁੰਦ ਮਚਾਇਆ ਹੋਇਆ, ਜੰਗ ਮਚਾਇਆ ਹੋਇਆ। ਲੋਕ ਹਜ਼ਾਰਨ ਕੋ ਕੀਏ ਕਾਲਾ ਔਰ ਹਜ਼ਾਰਾਂ ਲੋਕਾਂ ਨੂੰ ਉਹਨਾਂ ਨੇ ਕਾਲ ਦੇ ਮੌਤ ਦੇ ਘਾਟ ਉਤਾਰ ਦਿੱਤਾ ਹੋਇਆ ਹੈ। ਉਪਿਓ ਅਧਿਕ ਆਇਸ ਤਬ ਦੀਨ ਬੜਾ ਗੁੱਸੇ ਵਿੱਚ ਆਇਆ ਨੁਰੰਗਾ, ਆਗਿਆ ਦਿੰਦਾ, ਹੁਕਮ ਕਰਦਾ ਹੈ। ਅਬ ਚੜ ਜਾਓ ਗਿਰੰਦਰ ਪ੍ਰਵੀਨ ਕਹਿੰਦਾ ਹੇ ਪਹਾੜੀ ਰਾਜੋ, ਜਾਓ ਹੁਣੇ ਤੁਸੀਂ ਸਾਰੇ ਇਕੱਠੇ ਹੋ ਕੇ ਚੜ ਕੇ ਚਲੇ ਜਾਓ, ਲਸ਼ਕਰ ਬਡੋ ਬਟੋਰਨ ਕਰੋ ਔਰ ਜਾ ਕੇ ਵੱਡਾ ਭਾਰੀ ਲਸ਼ਕਰ, ਵੱਡੀ ਭਾਰੀ ਗਿਣਤੀ ਵਿੱਚ ਫੌਜ ਇਕੱਠੀ ਕਰੋ। ਓਏ ਇੱਕ ਤਾਨ ਗੁਰੂ ਸੰਗ ਲਰੋ ਔਰ ਇੱਕ ਤਾਣ ਹੋ ਕੇ, ਯਾਨੀ ਕਿ ਇੱਕੋ ਵਾਰ ਇੱਕੋ ਬਲ ਦੇ ਨਾਲ ਹੰਬਲਾ ਮਾਰ ਕੇ ਜੰਗ ਕਰੋ। ਸਭ ਪਰਬਤ ਕੇ ਰਾਜੇ ਮਿਲੋ ਜਿੰਨੇ ਤੁਸੀਂ ਪਹਾੜੀ ਰਿਆਸਤਾਂ ਦੇ ਰਾਜੇ ਹੋ, ਸਾਰੇ ਰਾਜੇ ਮਿਲ ਜਾਓ, ਇਕੱਠੇ ਹੋ ਜਾਓ। ਕਰ ਕਰ ਬਲ ਕੋ ਰਿਣ ਰਿਪ ਭਿਲੋ ਔਰ ਬਲ ਕਰ ਕਰਕੇ ਜੰਗ ਦੇ ਮੈਦਾਨ ਵਿੱਚ ਦੁਸ਼ਮਣ ਦੇ ਨਾਲ ਭਿੜ ਜਾਓ। ਸਭ ਦਿੱਲੀ ਤੇ ਫੌਜ ਚੜਾਵੋ ਔਰ ਇਧਰੋਂ ਦਿੱਲੀ ਵਿੱਚੋਂ ਜਿੰਨੀ ਫੌਜ ਹੈ, ਉਹਨਾਂ ਨੂੰ ਵੀ ਆਪਣੇ ਨਾਲ ਚੜਾ ਕੇ ਲੈ ਜਾਓ। ਜਿਉਂ ਜਿਉਂ ਕਰ ਗੁਰ ਕੋ ਗਹਿ ਲਿਆਵੋ ਜਿਵੇਂ ਕਿਵੇਂ ਕਰਕੇ ਯਤਨ ਕਰਿਓ, ਗੁਰੂ ਜੀ ਨੂੰ ਜਿਉਂਦਾ ਫੜ ਕੇ ਲਿਆਇਓ ਮੇਰੇ ਕੋਲ, ਜਿਉਂਦਾ ਪਕੜ ਕੇ ਲੈ ਕੇ ਆਇਓ ਗੁਰੂ ਜੀ ਨੂੰ ਮੇਰੇ ਪਾਸ। ਮੱਛਰਾਂ ਦੀ ਸੈਨਾ ਨੂੰ ਇਕੱਠਿਆਂ ਕਰਕੇ ਕਹਿ ਰਿਹਾ ਔਰੰਗਾ ਕਿ ਤੁਸੀਂ ਜਾ ਕੇ ਸੁਮੇਰ ਪਰਬਤ ਚੁੱਕ ਕੇ ਲਿਆਉਣਾ। ਕਹਿੰਦਾ ਗੁਰੂ ਜੀ ਨੂੰ ਪਕੜ ਕੇ ਲੈ ਕੇ ਆਓ, ਮੇਰੇ ਕੋਲ ਲਿਆ ਕੇ ਪੇਸ਼ ਕਰੋ। ਇਸ ਪ੍ਰਕਾਰ ਹੀ ਪੱਤਰ ਪਠਾਏ ਇਸ ਪ੍ਰਕਾਰ ਦੇ ਨਾਲ ਬਹੁਤ ਸਾਰੇ ਪੱਤਰ ਸੂਬੇਦਾਰਾਂ ਦੇ ਨਾਂ ਤੇ
ਇਹਨੇ ਲਿਖ ਕੇ ਜਾਰੀ ਕੀਤੇ ਹਨ। ਤੂਰਨ ਗਨ ਕਾਸਦ ਤਬ ਧਾਏ। ਉਸੇ ਵੇਲੇ ਜਿਹੜੇ ਕਾਸਦ ਨੇ ਉਹ ਚਿੱਠੀਆਂ ਲੈ ਕੇ ਸੂਬੇਦਾਰਾਂ ਤਾਈਂ ਦੌੜ ਕੇ ਭੱਜ ਕੇ ਗਏ ਨੇ। ਭੀਮ ਚੰਦ ਕੋ ਦੈ ਸਿਰੋ ਪਾਉ। ਜਾਣ ਵੇਲੇ ਰਾਜੇ ਭੀਮ ਚੰਦ ਨੂੰ ਸਿਰੇ ਪਾਉ ਦਿੱਤਾ ਔਰੰਗਜ਼ੇਬ ਨੇ। ਨਿਜ ਸਮੀਪ ਤੇ ਕੀਨ ਬਿਦਾਉ। ਔਰ ਆਪਣੇ ਕੋਲੋਂ ਰਾਜੇ ਭੀਮ ਚੰਦ ਨੂੰ ਵਿਦਾ ਕੀਤਾ ਹੈ। ਦਿੱਲੀ ਕੋ ਪ੍ਰਥਮੇ ਚਲ ਆਇਓ। ਇਹ ਪਹਿਲਾਂ ਉਧਰੋਂ ਅਹਿਮਦਨਗਰ ਦੱਖਣ ਤੋਂ ਚੱਲ ਕੇ ਦਿੱਲੀ ਆਏ ਹਨ। ਆਨੰਦ ਚਿਤ ਡੇਰਾ ਪਾਇਓ। ਬੜੇ ਆਨੰਦ ਚਿਤ ਹੋਏ, ਬੜੇ ਖੁਸ਼ ਹੋਏ। ਇਹਨਾਂ ਨੇ ਦਿੱਲੀ ਆਣ ਕੇ ਡੇਰਾ ਕੀਤਾ ਹੈ। ਸੂਬੇ ਸੰਗ ਮਿਲਿਓ ਤਨ ਦੇ ਕੇ। ਦਿੱਲੀ ਦਾ ਜਿਹੜਾ ਸੂਬੇਦਾਰ ਸੀ ਪਹਿਲਾਂ ਉਹਨੂੰ ਮਾਇਆ ਦੇ ਕੇ ਮਿਲੇ ਨੇ। ਉਹਦਾ ਧੰਨਵਾਦ ਕਰਦੇ ਨੇ ਵੀ ਤੇਰੀ ਸਿਫਾਰਿਸ਼ ਤੇ ਬਾਦਸ਼ਾਹ ਸਾਨੂੰ ਮਿਲਿਆ। ਸ਼ਾਹ ਮਿਲਨ ਬਿਰਤਾਂਤ ਬਤੈ ਕੇ। ਬਾਦਸ਼ਾਹ ਨਾਲ ਕਿਵੇਂ ਮੁਲਾਕਾਤ ਹੋਈ ਹੈ, ਕੀ ਗੱਲਬਾਤ ਹੋਈ ਹੈ, ਉਹ ਸਾਰੀਆਂ ਗੱਲਾਂ ਇਹ ਦੱਸਦੇ ਨੇ ਸੂਬੇ ਦਿੱਲੀ ਨੂੰ। ਸਕਲ ਹਕੀਕਤ ਕਹਿ ਸਮਝਾਈ। ਸਾਰੀ ਹਕੀਕਤ ਕਹਿ ਕੇ ਸਮਝਾਈ। ਬਾਦਸ਼ਾਹ ਨੇ ਜੋ ਜੋ ਗੱਲਾਂ ਕੀਤੀਆਂ ਕਈਆਂ ਨੇ ਉਹ ਸੁਣਾਈਆਂ ਨੇ ਦਿੱਲੀ ਦੇ ਸੂਬੇਦਾਰ ਨੂੰ। ਹਜ਼ਰਤ ਕੀ ਆਇਸ ਇਮਿਆਈ। ਕਹਿੰਦੇ ਬਾਦਸ਼ਾਹ ਦੀ ਆਗਿਆ ਹੈ। ਬਾਦਸ਼ਾਹ ਨੇ ਇਸ ਪ੍ਰਕਾਰ ਦਾ ਇਹ ਹੁਕਮਨਾਮਾ ਤੁਹਾਡੇ ਨਾਂ ਤੇ ਵੀ ਜਾਰੀ ਕੀਤਾ ਹੈ। ਇਸੇ ਤਰ੍ਹਾਂ ਦਾ ਹੁਕਮਨਾਮਾ ਪਰਵਾਨਾ ਸੂਬੇ ਸਰਹੰਦ, ਸੂਬਾ ਜਲੰਧਰ, ਸੂਬਾ ਲਾਹੌਰ, ਸੂਬਾ ਜੰਮੂ, ਸੂਬਾ ਕਸ਼ਮੀਰ, ਉਹਨਾਂ ਸਾਰਿਆਂ ਤਾਈਂ ਇਸ ਤਰ੍ਹਾਂ ਹੀ ਇਹ ਚਿੱਠੀਆਂ ਤੇ ਪਰਵਾਨੇ ਬਾਦਸ਼ਾਹ ਨੇ ਭੇਜੇ ਹਨ। ਗਿਰਕੀ ਸੈਨਾ ਖਿਲ ਬਟੋਰੋ। ਔਰ ਨਾਲ ਇਹ ਵੀ ਸਾਨੂੰ ਕਿਹਾ ਕਿ ਪਹਾੜੀ ਰਿਆਸਤਾਂ ਦੀਆਂ ਜਿੰਨੀਆਂ ਫੌਜਾਂ ਨੇ, ਪਹਾੜੀ ਰਿਆਸਤਾਂ ਦੇ ਰਾਜਿਆਂ ਕੋਲ ਜਿੰਨਾ ਦਲ ਬਲ ਹੈ, ਉਹ ਵੀ ਸਾਰਾ ਇਕੱਠਾ ਕਰਨਾ ਹੈ। ਔਰ ਰਿਆਸਤਾਂ ਵਿੱਚ ਪਿੰਡਾਂ ਵਿੱਚ ਜਿਹੜੇ ਲੋਕ ਨੇ ਸ਼ਸਤਰਧਾਰੀ, ਉਹਨਾਂ ਨੂੰ ਵੀ ਆਪਣੇ ਨਾਲ ਇਕੱਠਿਆਂ ਕਰਨਾ ਹੈ। ਭਰਾਤਾ ਬੰਧੂ ਸਮੂਹ ਨਿਹੋਰੋ। ਔਰ ਆਪੋ ਆਪਣੇ ਭਰਾ ਬੰਧੂ ਰਿਸ਼ਤੇਦਾਰ ਸਾਰਿਆਂ ਨੂੰ ਅਸੀਂ ਹੱਥ ਜੋੜ ਕੇ ਇਕੱਠਿਆਂ ਕਰਨਾ ਹੈ। ਸਿਰੰਦ ਕੋ ਸੂਬਾ ਲੈ ਜਾਵੋ। ਔਰ ਸੂਬੇ ਸਰਹੰਦ ਨੂੰ ਵੀ ਨਾਲ ਲੈ ਕੇ ਜਾਣਾ ਬਾਦਸ਼ਾਹ ਨੇ ਕਿਹਾ। ਲਵਪੁਰ ਕੋ ਨਿਜ ਸੰਗ ਚੜਾਵੋ। ਔਰ ਲਾਹੌਰ ਦੇ ਸੂਬੇਦਾਰ ਨੂੰ ਵੀ ਆਪਣੇ ਨਾਲ ਚੜਾਓ, ਇਹ ਬਾਦਸ਼ਾਹ ਨੇ ਸਾਨੂੰ ਕਿਹਾ। ਇਮ ਸਭ ਦੇਸ਼ਨ ਕੇ ਦਲ ਚੜੇ। ਇਦਾਂ ਸਾਰੇ ਦੇਸ਼ਾਂ ਦੇ ਜਿਹੜੇ ਦਲ ਨੇ ਉਹ ਆਪਣੇ ਪੂਰੇ ਲਸ਼ਕਰ ਸਮੇਤ ਆਪਣੇ ਪੂਰੇ ਬਲ ਦੇ ਨਾਲ ਚੜ ਕੇ ਜਾਣਗੇ। ਤੋ ਆਨੰਦਪੁਰ ਤੇ ਗੁਰ ਕਢੈ। ਤਾਂ ਜਾ ਕੇ ਆਪਾਂ ਸਾਰੇ ਰਲ ਕੇ ਗੁਰੂ ਜੀ ਨੂੰ ਆਨੰਦਪੁਰ ਸਾਹਿਬ ਚੋਂ ਕੱਢਾਂਗੇ। ਏਦਾਂ ਨਹੀਂ ਉਹਨਾਂ ਨੇ ਨਿਕਲ ਕੇ ਜਾਣਾ। ਜਦੋਂ ਆਪਾਂ ਸਾਰੇ ਇਕੱਠੇ ਹੋ ਕੇ ਹਮਲਾ ਕਰਾਂਗੇ ਤਾਂ ਜਾ ਕੇ ਗੁਰੂ ਜੀ ਨੂੰ ਆਨੰਦਪੁਰ ਸਾਹਿਬ ਦੇ ਵਿੱਚੋਂ ਕੱਢਾਂਗੇ। ਨਹੀਂ ਤਾਂ ਦਲ ਜੇ ਚੜ ਜਾਵੇ। ਨਹੀਂ ਤਾਂ ਜੇ ਸਾਡਾ ਦਲ ਚੜ ਕੇ ਉਹਨਾਂ ਵੱਲ ਗਿਆ ਵੀ, ਮਾਰਤ ਲਰਤ ਤੁਫੰਗ ਬਜਾਵੇ। ਮਾਰਦਿਆਂ ਮਰਦਿਆਂ ਉਹ ਬੰਦੂਕਾਂ ਦੀਆਂ ਗੋਲੀਆਂ ਦਾਗਦੇ ਆਉਣਗੇ। ਦਿੜ ਕਾਇਮ ਆਨੰਦਪੁਰ ਰਾਖੇ। ਫਿਰ ਵੀ ਉਹ ਆਨੰਦਪੁਰ ਸਾਹਿਬ ਨੂੰ ਪਰਪੱਕ ਕਰਕੇ ਰੱਖ ਲੈਣਗੇ। ਅਰੇ ਉਹ ਰਹੇ ਸਭ ਸੋ ਮਨ ਮਾਖੇ। ਔਰ ਉਹ ਅੜੇ ਰਹਿਣਗੇ ਸਾਡੇ ਨਾਲ ਆਪਣੇ ਮਨ ਚ ਮਾਣ ਕਰਕੇ। ਸੁਪਨੇ ਮੈਂ ਪੀ ਤਰਾਸ ਨ ਜਿਨ ਕੇ। ਕਿਉਂਕਿ ਗੁਰੂ ਤਾਂ ਇੰਨਾ ਨਿਡਰ ਹੈ ਵੀ ਉਹ ਤਾਂ ਸੁਪਨੇ ਵਿੱਚ ਵੀ ਕਦੇ ਕਿਸੇ ਦਾ ਭੈ ਨਹੀਂ ਮੰਨਦਾ। ਜਾਗਦਿਆਂ ਤਾਂ ਕੀ ਮੰਨਣਾ, ਉਹ ਤਾਂ ਸੁਪਨੇ ਵਿੱਚ ਵੀ ਕਿਸੇ ਦਾ ਭੈ ਨਹੀਂ ਮੰਨਦੇ। ਕਿ ਹਰ ਸਮਤਾ ਪਾਈ ਤਿਨ ਕੇ। ਜਿਵੇਂ ਬੱਬਰ ਸ਼ੇਰ ਹੁੰਦਾ ਨਾ, ਕਦੇ ਬੱਬਰ ਸ਼ੇਰ ਨੂੰ ਸੁਪਨੇ ਵਿੱਚ ਵੀ ਭੈ ਨਹੀਂ ਆਉਂਦਾ। ਇਸ ਪ੍ਰਕਾਰ ਨਾਲ ਉਹਨਾਂ ਦੀ ਸਮਤਾ ਬਰਾਬਰੀ ਹੈ। ਥੋੜੇ ਕਨੇ ਸ਼ਤਰੂ ਨੇ ਗਿਨੇ। ਉਹ ਇਹ ਨਹੀਂ ਵੇਖਦੇ ਰਣ ਭੂਮੀ ਵਿੱਚ ਕਿ ਦੁਸ਼ਮਣ ਥੋੜੇ ਨੇ ਜਾਂ ਬਹੁਤੇ ਨੇ। ਇਹੀ ਤਾਂ ਉਹਨਾਂ ਦੀ ਖਾਸੀਅਤ ਹੈ। ਉਹ ਥੋੜੇ ਬਹੁਤਿਆਂ ਦੀ ਗਿਣਤੀ ਨਹੀਂ ਵੇਖਦੇ ਰਣ ਭੂਮੀ ਵਿੱਚ। ਸਨਮੁਖ ਪਹੁੰਚ ਕਿਰਪਾਨਨ ਹਨੇ। ਬਸ ਸਨਮੁਖ ਆ ਜਾਂਦੇ ਨੇ, ਆ ਕੇ ਇਹੋ ਜੀ ਤਲਵਾਰ ਚਲਾਉਂਦੇ ਨੇ ਵੀ ਮਿੰਟਾਂ ਸਕਿੰਟਾਂ 'ਚ ਸਫਾਈ ਕਰਕੇ ਹੋ ਜਾਂਦੇ ਨੇ। ਬਹੁਤਾ ਸਮਾਂ ਤਾਂ ਲਾਉਂਦੇ ਹੀ ਨਹੀਂ, ਉਹ ਤਾਂ ਮਿੰਟਾਂ ਸਕਿੰਟਾਂ ਵਿੱਚ ਹੀ ਤਲਵਾਰ ਚਲਾਉਂਦੇ ਨੇ ਤੇ ਸਫਾਈ ਕਰਕੇ ਹੋ ਜਾਂਦੇ ਨੇ। ਭਾਵ ਵੱਡਾ ਕੱਟ ਕਰਕੇ ਕਈਆਂ ਦੀਆਂ ਮੁੰਡੀਆਂ ਲਾਹ ਕੇ ਰਣ ਭੂਮੀ 'ਚ ਗਰਕ ਕਰ ਜਾਂਦੇ ਨੇ। ਤਿਸੀ ਹੇਤ ਤੇ ਲਸ਼ਕਰ ਕਨੇ। ਇਸ ਕਰਕੇ ਥੋੜੀ ਫੌਜ ਨਾਲ ਗੱਲ ਨਹੀਂ ਸੀ ਬਣਨੀ।
ਬਾਦਸ਼ਾਹ ਨੇ ਸਾਨੂੰ ਹਦਾਇਤ ਕੀਤੀ ਹੈ ਕਿ ਵੱਡਾ ਭਾਰੀ ਲਸ਼ਕਰ ਲੈ ਕੇ ਉਹਨਾਂ ਤੇ ਜਾਣਾ ਹੈ। ਪਹੁੰਚ ਲਰੈ ਪਕੜੈ ਕਹਿ ਹਨੇ। ਜਦੋਂ ਉੱਥੇ ਪਹੁੰਚ ਕੇ ਅਸੀਂ ਉਹਨਾਂ ਨਾਲ ਲੜਾਂਗੇ ਵੱਡਾ ਲਸ਼ਕਰ ਲਿਜਾ ਕੇ, ਜਾਂ ਮਾਰਾਂਗੇ ਜਾਂ ਫਿਰ ਉਹਨਾਂ ਨੂੰ ਜਿਉਂਦਾ ਪਕੜ ਲਵਾਂਗੇ। ਸੁਨ ਸੂਬੇ ਗਿਰ ਪਤ ਤੇ ਸਬੇ। ਜਦੋਂ ਪਹਾੜੀ ਰਾਜਿਆਂ ਦੀਆਂ ਗੱਲਾਂ ਸੂਬੇ ਦਿੱਲੀ ਵਾਲੇ ਨੇ ਸੁਣੀਆਂ, ਸਭ ਕਾਰਨ ਕੋ ਬੂਝਿਓ ਤਬੇ। ਇਹਨੇ ਉਸ ਵੇਲੇ ਸਾਰੇ ਕਾਰਨ ਚੰਗੀ ਤਰ੍ਹਾਂ ਪੁੱਛੇ ਨੇ ਪਹਾੜੀ ਰਾਜਿਆਂ ਕੋਲੋਂ। ਕੌਣ ਜਾਤ ਕੇ ਪਟ ਤੈ ਪਾਸਾ। ਕਹਿਣ ਲੱਗਾ ਵੀ ਮੈਨੂੰ ਇਹ ਤਾਂ ਦੱਸੋ ਵੀ ਜਿਹੜੇ ਗੁਰੂ ਜੀ ਕੋਲ ਸੂਰਮੇ ਨੇ ਉਹਨਾਂ ਦੀ ਬਰਾਦਰੀ ਕਿਹੜੀ ਜਾਤੀ ਦੇ ਨੇ, ਕਿਉਂਕਿ ਕੁਝ ਜਾਤਾਂ ਐਸੀਆਂ ਨੇ ਜਿਨ੍ਹਾਂ ਵਿੱਚ ਸੂਰਮੇ ਹੁੰਦੇ ਨੇ, ਜਿਵੇਂ ਸਾਡੇ 'ਚ ਪਠਾਨ ਸੂਰਮੇ ਹੁੰਦੇ ਨੇ। ਗੁਰੂ ਜੀ ਦੇ ਕੋਲ ਇਹੋ ਜੀ ਕਿਹੜੀ ਜਾਤੀ ਬਰਾਦਰੀ ਦੇ ਸੂਰਮੇ ਹਨ ਜਿਸ ਤੇ ਅਸ ਤੁਮ ਤਰਾਸ ਪ੍ਰਕਾਸ਼ਾ। ਜਿਨ੍ਹਾਂ ਤੋਂ ਤੁਸੀਂ ਏਦਾਂ ਡਰੇ ਹੋਏ ਸਹਿਮੇ ਹੋਏ ਹੋ ਤੇ ਲੱਖਾਂ ਦੀ ਗਿਣਤੀ 'ਚ ਫੌਜ ਢੋਕ ਕੇ ਲਿਜਾਣਾ ਚਾਹੁੰਦੇ ਹੋ, ਇਹੋ ਜੀ ਕਿਹੜੀ ਬਰਾਦਰੀ ਦੇ ਸੂਰਮੇ ਨੇ ਗੁਰੂ ਜੀ ਦੇ ਕੋਲ। ਗਿਣਤੀ ਵਿਖੇ ਚਮੂ ਕਹੋ ਕੇਤੀ। ਫਿਰ ਉਹਨਾਂ ਦੇ ਕੋਲ ਜਿਹੜੀ ਫੌਜ ਹੈ ਉਹਨਾਂ ਦੀ ਕਿੰਨੀ ਕੁ ਗਿਣਤੀ ਹੋਵੇਗੀ, ਉਹ ਕਿੰਨੀ ਕੁ ਗਿਣਤੀ ਦੀ ਫੌਜ ਦੇ ਮਾਲਕ ਨੇ। ਲਰੇ ਨਿਕਸ ਤੁਮ ਪਾਖੋ ਤੇਤੀ। ਜਿੰਨੇ ਉਹ ਬਾਹਰ ਨਿਕਲ ਕੇ ਆ ਕੇ ਲੜਨਗੇ, ਜਿੰਨਿਆਂ ਬਾਰੇ ਤੁਸੀਂ ਦੱਸ ਰਹੇ ਹੋ, ਹੈਣ ਕਿੰਨੇ ਕ। ਆਪ ਗੁਰੂ ਕਿਆ ਆਯੁਧ ਧਾਰੇ। ਕਿ ਗੁਰੂ ਆਪ ਵੀ ਸ਼ਸਤਰ ਧਾਰੀ ਹੈ, ਕਿ ਉਹ ਆਪ ਵੀ ਸ਼ਸਤਰ ਪਕੜ ਕੇ ਲੜਦਾ। ਇਸ ਪ੍ਰਕਾਰ ਕਰ ਬਹੁ ਨਰ ਮਾਰੇ। ਕਿਵੇਂ ਬਹੁਤੇ ਬੰਦਿਆਂ ਨੂੰ ਮਾਰ ਦਿੰਦੇ ਆ, ਥੋੜੇ ਜਣੇ ਹੀ ਬਹੁਤਿਆਂ ਨੂੰ ਮਾਰ ਮੁਕਾਉਂਦੇ ਨੇ। ਐਸੇ ਦੁਰਗਮ ਵਾਸੀ ਪਾਏ। ਕਿਹੋ ਜਿਹਾ ਕਿਲਾ ਉਹਨਾਂ ਦੇ ਕੋਲ ਜਿਹਦੇ ਚੋਂ ਬਾਗੀ ਹੋ ਕੇ ਬਹਿ ਜਾਂਦੇ ਨੇ, ਆਕੀ ਹੋ ਕੇ ਬਹਿ ਜਾਂਦੇ ਨੇ, ਉਹਨਾਂ ਦੀ ਕਿਲਾਬੰਦੀ ਕਿਹੋ ਜੀ ਹੈ। ਕੌਣ ਦੇਸ਼ ਕੋ ਰਾਜ ਕਮਾਏ। ਕਿਹੜਾ ਦੇਸ਼ ਹੈ ਜਿਹਦਾ ਉਹ ਰਾਜ ਕਰਦੇ ਨੇ, ਜਿੱਥੋਂ ਉਹਨਾਂ ਨੂੰ ਆਮਦਨ ਆਉਂਦੀ ਆ ਤੇ ਫੌਜ ਨੂੰ ਤਨਖਾਹਾਂ ਦਿੰਦੇ ਨੇ। ਸਭ ਸਮਾਜ ਤਿਸ ਕਰਿਓ ਬਤਾਵੋ। ਦੱਸੋ ਉਹਨਾਂ ਦਾ ਸਾਰਾ ਸਾਗ ਸਮਾਜ ਕਿੰਨਾ ਕੁ ਹੈ, ਕਿੰਨਾ ਕੁ ਉਹਨਾਂ ਨੇ ਕੀਤਾ ਕਰਾਇਆ ਸਾਗ ਸਮਾਜ, ਉਹ ਮੈਨੂੰ ਵੀ ਦੱਸੋ। ਕਿਮ ਜ਼ੋਰਾਵਰ ਬਹੁ ਠਹਿਰਾਵੋ। ਕਿਵੇਂ ਤੁਸੀਂ ਉਹਨਾਂ ਨੂੰ ਜ਼ੋਰਾਵਰ ਸਾਬਤ ਕਰਦੇ ਹੋ, ਉਹਨਾਂ ਨੂੰ ਬਲਵਾਨ ਸਾਬਤ ਕਰਦੇ ਹੋ, ਦੱਸੋ ਕਿਵੇਂ ਉਹ ਬਲੀ ਹਨ। ਸੁਨ ਕਰ ਭੀਮ ਚੰਦ ਕਰ ਬੰਦ। ਸੂਬੇਦਾਰ ਦਿੱਲੀ ਦੀਆਂ ਗੱਲਾਂ ਸੁਣ ਕੇ ਰਾਜਾ ਭੀਮ ਚੰਦ ਬੋਲਿਆ, ਪਾਖਿਓ ਸਕਲ ਪ੍ਰਸੰਗ ਬਿਲੰਦ। ਸਾਰਾ ਪ੍ਰਸੰਗ ਚੰਗੀ ਤਰ੍ਹਾਂ ਬੋਲ ਕੇ ਸੁਣਾਇਆ। ਕਹਿਣ ਲੱਗਿਆ, ਸੂਬੇਦਾਰ ਦਿੱਲੀ ਸੁਣ, ਪਟਨੇ ਨਗਰ ਜਨਮ ਗੁਰ ਪਾਏ। ਅਸੀਂ ਤੈਨੂੰ ਗੁਰੂ ਜੀ ਦੇ ਬਾਰੇ ਦੱਸਦੇ ਹਾਂ। ਦਰਅਸਲ ਗੁਰੂ ਜੀ ਪਟਨਾ ਸਾਹਿਬ ਸ਼ਹਿਰ ਦੇ ਵਿੱਚ ਜਨਮੇ ਹਨ। ਪੂਰਬ ਤੇ ਪੂਰਬ ਇਤੇ ਆਏ। ਔਰ ਪਟਨਾ ਸਾਹਿਬ ਸ਼ਹਿਰ ਦੇ ਵਿੱਚ ਉਹਨਾਂ ਦਾ ਜਨਮ ਹੋਇਆ। ਆਉਣ ਵਾਲੇ ਦਿਨਾਂ 'ਚ ਮਹਾਰਾਜ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਦਿਹਾੜਾ ਆ ਰਿਹਾ 20 ਜਨਵਰੀ ਨੂੰ। ਪੋਹ ਸੁਦੀ ਸਤਵੀਂ ਦਾ ਜਿਹੜਾ ਦਿਨ ਹੈ ਨਾ, ਉਹ 20 ਜਨਵਰੀ ਨੂੰ ਹੈ। ਤੇ ਪੋਹ ਸੁਦੀ ਸਤਵੀਂ ਦੀ ਹਵਾ ਜਿਹੜੀ ਵਗਦੀ ਹੈ, ਉਹ ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਗੁਣਗਾਨ ਕਰਦਿਆਂ ਹੋਇਆਂ ਵਗਦੀ ਹੈ। ਉਸ ਦਿਨ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਪਟਨਾ ਸਾਹਿਬ ਦੀ ਧਰਤੀ ਤੇ। 20 ਜਨਵਰੀ ਦਾ ਉਹ ਜੋੜ ਮੇਲ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦਾ ਆ ਰਿਹਾ। ਆਉਣ ਵਾਲੇ ਦਿਨਾਂ 'ਚ ਪੰਥ ਨੇ ਮਨਾਉਣਾ। ਇਹ ਦੱਸ ਰਹੇ ਨੇ ਪਹਾੜੀਏ, ਕਹਿੰਦੇ ਆ ਸੂਬੇਦਾਰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜਨਮ ਸ੍ਰੀ ਪਟਨਾ ਸਾਹਿਬ ਦੀ ਧਰਤੀ ਤੇ ਹੋਇਆ। ਉਥੋਂ ਪੂਰਬ ਤੋਂ ਚੱਲ ਕੇ ਉਹ ਇੱਥੇ ਪੰਜਾਬ ਵਿੱਚ ਆਏ ਹਨ। ਆਪਨ ਸਥਾਨ ਜਾਣ ਕਰ ਬਾਸੇ। ਉਹਨਾਂ ਦਾ ਜਿਹੜਾ ਆਪਣਾ ਸਥਾਨ ਉਹਨਾਂ ਦੇ ਪਿਤਾ ਜੀ ਨੇ ਵਸਾਇਆ ਸੀ ਆਨੰਦਪੁਰ ਸਾਹਿਬ, ਉੱਥੇ ਆ ਕੇ ਉਹ ਵਸਣ ਲੱਗ ਪਏ। ਬਾਲਕ ਬੈ ਮੈਨੇ ਬਲ ਪਾਸੇ। ਉਦੋਂ 8-9 ਸਾਲ ਦੀ ਉਮਰ ਸੀ ਉਹਨਾਂ ਦੀ ਜਦੋਂ ਆਏ ਸਨ ਆਨੰਦਪੁਰ ਸਾਹਿਬ ਵਿੱਚ। ਬਾਲ ਅਵਸਥਾ ਦੇ ਵਿੱਚ ਸਨ। ਸ਼ਾਂਤ ਸੁਭਾਵ ਪਿਤਾ ਇਨਕੇਰੋ। ਇਹਨਾਂ ਦੇ ਜਿਹੜੇ ਪਿਤਾ ਜੀ ਸਨ ਉਹ ਬੜੇ ਸ਼ਾਂਤ ਸੁਭਾਅ ਵਾਲੇ ਸਨ, ਸ਼ਾਂਤੀ ਦੇ ਰੂਪ ਸਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ। ਮਾਨੇ ਗੁਰ ਕਰ ਸਿੱਖ ਕਨੇਰੋ। ਉਹਨਾਂ ਨੂੰ ਬਹੁਤ ਸਾਰੇ ਸਿੱਖ, ਬਹੁਤ ਸਾਰੀ ਦੁਨਿਆਈ ਲੋਕਾਈ ਮੰਨਦੀ ਹੈ, ਪੂਜਦੀ ਸੀ। ਇਨਕੇ ਸਮ ਇਨਕੋ ਹਮ ਜਾਨਾ। ਅਸੀਂ ਸੋਚਿਆ ਵੀ ਇਹ ਵੀ ਆਪਣੇ ਪਿਤਾ ਵਾਂਗੂ ਹੀ ਹੋਣਗੇ ਸ਼ਾਂਤ ਸੁਭਾਅ ਵਾਲੇ। ਜਿਵੇਂ ਇਹਨਾਂ ਦੇ ਪਿਤਾ ਜੀ ਬੜੇ ਸ਼ਾਂਤ ਸੁਭਾਅ ਦੇ ਮਾਲਕ ਸੀ,
ਅਸੀਂ ਸੋਚਿਆ ਵੀ ਇਹ ਵੀ ਆਪਣੇ ਪਿਤਾ ਵਾਂਗੂ ਹੀ ਹੋਣਗੇ, ਸ਼ਾਂਤ ਸੁਭਾਅ ਵਾਲੇ। ਦੀਨ ਬਸਨ ਆਨੰਦਪੁਰ ਥਾਨਾ, ਅਸੀਂ ਇਹਨਾਂ ਨੂੰ ਆਨੰਦਪੁਰ ਸਾਹਿਬ ਚ ਵਸਣ ਨੂੰ ਥਾਂ ਦੇ ਦਿੱਤੀ ਵੀ ਚਲੋ ਕੋਈ ਨਹੀਂ ਰਹੀ ਜਾਣ। ਹਾਲਾਂਕਿ ਪਿੱਛੇ ਔਰੰਗਜ਼ੇਬ ਨੂੰ ਕਹਿ ਕੇ ਆਏ ਨੇ ਕਿ ਬਾਦਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਉਹ ਜਗ੍ਹਾ ਮੁੱਲ ਖਰੀਦੀ ਸੀ ਮੇਰੇ ਬਾਬੇ ਕੋਲੋਂ। ਹੁਣ ਕਹਿ ਰਿਹਾ ਕਿ ਅਸੀਂ ਸੋਚਿਆ ਸੀ ਵੀ ਆਪਣੇ ਪਿਤਾ ਵਾਂਗੂ ਹੋਣਗੇ, ਸ਼ਾਂਤੀ ਵਾਲੇ, ਤਾਂ ਅਸੀਂ ਇਹਨਾਂ ਨੂੰ ਆਨੰਦਪੁਰ ਸਾਹਿਬ ਚ ਵਸਣੇ ਦੇ ਦਿੱਤਾ ਵੀ ਆਨੰਦਪੁਰ ਸਾਹਿਬ ਤੇਰਾ। ਜਦੋਂ ਮੁੱਲ ਖਰੀਦ ਲਈ ਜਗ੍ਹਾ, ਉਹਦੇ ਮਾਲਕ ਸਤਿਗੁਰੂ ਨੌਵੇਂ ਪਾਤਸ਼ਾਹ ਨੇ, ਫਿਰ ਤੂੰ ਕਿਵੇਂ ਵਸਣ ਦੇ ਦਿੱਤਾ ਬਈ? ਉਹ ਜਗ੍ਹਾ ਹੀ ਸਾਹਿਬ ਦੀ ਹੈ। ਅਹਿਸਾਨ ਦੱਸ ਰਿਹਾ, ਕਹਿੰਦਾ ਜੀ ਫਿਰ ਅਸੀਂ ਉਹਨਾਂ ਨੂੰ ਉੱਥੋਂ ਹੀ ਵਸਣ ਦੇ ਦਿੱਤਾ। ਸੰਗਤ ਆਏ ਪੁੰਜ ਹੀ ਜਾਤੀ, ਬਹੁਤ ਸਾਰੀਆਂ ਸੰਗਤਾਂ ਉਹਨਾਂ ਕੋਲ ਆਉਂਦੀਆਂ ਜਾਂਦੀਆਂ ਹਨ। ਅਨਕ ਅਕੋਰਨ ਕੋ ਅਰਪਾਤੀ, ਤੁਸੀਂ ਪੁੱਛਦੇ ਹੋ ਵੀ ਪੈਸਾ ਕਿੱਥੋਂ ਆਉਂਦਾ, ਕਿਹੜਾ ਰਾਜ? ਉਹਨਾਂ ਦਾ ਰਾਜ ਉਹਨਾਂ ਦੀ ਸੰਗਤ ਹੈ। ਬੇਅੰਤ ਸੰਗਤਾਂ ਆਉਂਦੀਆਂ ਜਾਂਦੀਆਂ ਨੇ, ਉਹਨਾਂ ਦੇ ਕੋਲੋਂ ਬੇਅੰਤ ਮਾਇਆ ਉਹਨਾਂ ਦੇ ਕੋਲ ਆਉਂਦੀ ਹੈ, ਚੜਾਵਾ ਆਉਂਦਾ। ਕਿਸੇ ਨੇ ਪੁੱਛਿਆ ਕਲਗੀਧਰ ਜੀ ਤੁਹਾਡੀ ਕਿਹੜੀ ਰਿਆਸਤ ਹੈ? ਤਾਂ ਮਹਾਰਾਜ ਜੀ ਦੇ ਬਚਨ, ਗੁਰਦੇਵ ਕਹਿੰਦੇ ਪੰਥ ਖਾਲਸਾ ਖੇਤੀ ਮੇਰੀ, ਇਹਨੂੰ ਸੰਭਾਲ ਕਰੋ ਨਿਤ ਕੇਰੀ। ਕਹਿੰਦੇ ਮੇਰਾ ਖਾਲਸਾ ਪੰਥ ਮੇਰੀ ਖੇਤੀ ਆ, ਮੈਂ ਇਹਨਾਂ ਦੀ ਸੰਭਾਲ ਕਰਦਾ। ਇਹ ਬੇਅੰਤ ਮਾਇਆ ਦੇ ਗੱਫੇ ਲਿਆ ਕੇ ਹਾਜ਼ਰ ਕਰਦੇ ਆ। ਮੇਰੀ ਤਾਂ ਇਹੀ ਰਿਆਸਤ ਹੈ, ਮੇਰਾ ਪੰਥ, ਮੇਰਾ ਖਾਲਸਾ ਹੀ ਮੇਰੀ ਰਿਆਸਤ ਹੈ। ਇਹ ਕਹਿ ਰਿਹਾ ਭੀਮ ਚੰਦ, ਕਹਿੰਦਾ ਜੀ ਇਹਨਾਂ ਦੇ ਕੋਲ ਜਿਹੜੀਆਂ ਸੰਗਤਾਂ ਆਉਂਦੀਆਂ ਨੇ, ਉਹ ਬੇਅੰਤ ਮਾਇਆ ਇਹਨਾਂ ਦੇ ਚਰਨਾਂ 'ਚ ਭੇਟ ਕਰਦੀਆਂ ਨੇ। ਜੇ 100 ਰੁਪਈਆ ਕਮਾਉਣ, 10 ਰੁਪਈਏ ਲਿਆ ਕੇ ਇਹਨਾਂ ਦੇ ਚਰਨਾਂ 'ਚ ਇਮਾਨਦਾਰੀ ਨਾਲ ਭੇਟ ਕਰ ਦਿੰਦੇ ਆ। 1000 ਰੁਪਈਆ ਕਮਾਉਣ ਤੇ 100 ਰੁਪਈਆ ਲਿਆ ਕੇ ਇਹਨਾਂ ਦੇ ਚਰਨਾਂ 'ਚ ਅਰਪਣ ਕਰ ਦਿੰਦੇ ਨੇ। 10,000 ਕਮਾਉਣ ਤੇ 1000 ਰੁਪਈਆ ਇਮਾਨਦਾਰੀ ਨਾਲ ਲਿਆ ਕੇ ਅਰਪਣ ਕਰ ਦਿੰਦੇ ਆ। ਇਹੋ ਜਿਹੇ ਇਮਾਨਦਾਰ ਸਿੱਖ ਨੇ, ਇਹਨਾਂ ਦੇ ਦਸਵੰਧ ਦੀ ਮਾਇਆ ਲਿਆ ਕੇ ਇਹਨਾਂ ਦੇ ਚਰਨਾਂ 'ਚ ਭੇਟ ਕਰਦੇ ਨੇ, ਗਿਣਤੀ ਕੋਈ ਨਹੀਂ। ਕੇਤਕ ਸੰਮਤ ਸਮਾਂ ਬਿਤਾਇਓ, ਕਿਤਨੇ ਸਾਲ ਇਹਨਾਂ ਨੇ ਇਸੇ ਤਰ੍ਹਾਂ ਬਤੀਤ ਕੀਤੇ ਆਨੰਦਪੁਰ ਸਾਹਿਬ ਵਿੱਚ। ਕਰੁਣਾਪਨ ਜਬ ਤਨ ਮੈਂ ਆਇਓ, ਜਦੋਂ ਇਹ ਜਵਾਨ ਹੋ ਗਏ, ਇਹਨਾਂ ਦੇ ਸਰੀਰ 'ਚ ਜਵਾਨੀ ਆਈ, ਹਮਸੋ ਕਰਨ ਸ਼ਤਰੁਤਾ ਲਾਗਿਓ, ਬਸ ਫਿਰ ਤਾਂ ਇਹ ਸਾਡੇ ਨਾਲ ਦੁਸ਼ਮਣੀ ਕਰਨ ਲੱਗ ਪਏ, ਸਾਡੇ ਨਾਲ ਇਹਨਾਂ ਨੇ ਦਵੈਸ਼ ਪਾ ਲਈ। ਆਯੁਧ ਵਿਦਿਆ ਮੈਂ ਅਨੁਰਾਗਿਓ, ਸ਼ਸਤਰ ਵਿਦਿਆ ਦੇ ਵਿੱਚ ਪ੍ਰੇਮ ਕਰਨ ਲੱਗ ਪਏ, ਸ਼ਸਤਰ ਵਿਦਿਆ ਦਾ ਅਭਿਆਸ ਕਰਨ ਲੱਗ ਪਏ। ਇੱਕ ਬਾਰ ਹਮ ਤਬੇ ਨਿਕਾਸਾ, ਉਦੋਂ ਵੀ ਅਸੀਂ ਸਾਰਿਆਂ ਨੇ ਰਲ ਮਿਲ ਕੇ ਇਹਨਾਂ ਨੂੰ ਆਨੰਦਪੁਰ ਸਾਹਿਬ ਚੋਂ ਕੱਢਿਆ ਸੀ। ਇੱਕ ਵਾਰੀ ਆਨ ਕਰਿਓ ਜਮਨਾ ਤਟ ਬਾਸਾ, ਉੱਥੋਂ ਨਿਕਲ ਕੇ ਇਹਨਾਂ ਨੇ ਜਮਨਾ ਦੇ ਕੰਢੇ ਜਾ ਕੇ ਡੇਰਾ ਕਰ ਲਿਆ ਸੀ। ਤੈ ਪੀ ਦੁੰਦ ਮਚਾਇਓ ਐਸੇ, ਉੱਥੇ ਜਾ ਕੇ ਕਿਹੜਾ ਖੈਰ ਗੁਜ਼ਾਰੀ ਨਾ, ਉੱਥੇ ਵੀ ਜੰਗ ਮਚਾਇਆ ਭੰਗਾਣੀ ਦੇ ਮੈਦਾਨ ਵਿੱਚ। ਦਾਰੁਣ ਯੁੱਧ ਮਚਿਓ ਤਵ ਤੈਸੋ, ਬੜਾ ਭਿਆਨਕ ਘਮਾਸਾਨ ਜੰਗ ਉੱਥੇ ਮਚਿਆ ਸੀ ਸੂਬੇਦਾਰ ਜੀ। ਫਤਿਹ ਸ਼ਾਹ ਸੋ ਕਰੀ ਲੜਾਈ, ਰਾਜਾ ਫਤਿਹ ਸ਼ਾਹ ਉਹਦੇ ਨਾਲ ਇਹਨਾਂ ਨੇ ਲੜਾਈ ਕੀਤੀ। ਕਰਤੂਤ ਆਪਣੀ ਨਹੀਂ ਦੱਸੀ ਭੀਮ ਚੰਦ ਨੇ ਵੀ ਮੈਂ ਭੇਜਿਆ ਸੀ ਉਹਨੂੰ ਲੜਨ, ਉਹ ਤਾਂ ਗੁਰੂ ਸਾਹਿਬ ਦਾ ਸੇਵਾਦਾਰ ਸੀ। ਆਪਣੀ ਕਰਤੂਤ ਨਹੀਂ ਦੱਸਦਾ ਵੀ ਮੈਂ ਉਹਦੀ ਧੀ ਦਾ ਡੋਲਾ ਛੱਡ ਦਿੱਤਾ ਸੀ ਵੀ ਤਾਂ ਲੈ ਕੇ ਜਾਵਾਂਗਾ ਤੇਰੀ ਧੀ ਦਾ ਡੋਲਾ ਆਪਣੇ ਪੁੱਤ ਨਾਲ ਵਿਆਹ ਕੇ, ਜੇ ਤੂੰ ਗੁਰੂ ਜੀ ਨਾਲ ਲੜੇਗਾ। ਕਹਿੰਦਾ ਜੀ ਫਤਿਹ ਸ਼ਾਹ ਰਾਜਾ ਐਡਾ ਸਿਆਣਾ ਰਾਜਾ ਸੀ, ਉਹਦੇ ਨਾਲ ਗੁਰੂ ਜੀ ਨੇ ਜੰਗ ਕੀਤਾ, ਲੜਾਈ ਕੀਤੀ। ਗ੍ਰਾਮ ਦਾਮਲੇ ਖਾਨ ਖਪਾਈ, ਫਿਰ ਦਾਮਲੇ ਪਿੰਡ ਦੇ ਜਿਹੜੇ ਖਾਨ ਸਨ ਉਹ ਇਹਨਾਂ ਨੇ ਮਾਰ ਕੇ ਮੁਕਾ ਦਿੱਤੇ। ਉਨ ਕੇਤਕ ਸੰਮਤ ਮੈਂ ਆਇਓ, ਦਾਮਲੇ ਪਿੰਡ ਦੇ ਖਾਨ ਮੁਕਾਣੇ ਸੀ ਜਿਹੜੇ ਪਹਿਲਾਂ ਗੁਰੂ ਪਾਤਸ਼ਾਹ ਕੋਲੋਂ ਤਨਖਾਹਾਂ ਲੈਂਦੇ ਰਹੇ। ਜਦੋਂ ਲੜਨ ਦਾ ਵੇਲਾ ਆਇਆ ਜਾ ਕੇ ਨਾ ਪਹਾੜੀਆਂ ਨਾਲ ਰਲ ਗਏ। ਫਿਰ ਉਹ ਮਾਰਨੇ ਹੀ ਸਨ ਉਹਨਾਂ ਨੂੰ, ਫਿਰ ਹਾਰ ਥੋੜੀ ਪਾਉਣੇ ਸੀ ਵੀ ਗੁਰੂ ਸਾਹਿਬ ਦਾ ਲੂਣ। ਕਹਿੰਦੇ ਜੀ ਦਾਮਲੇ ਜਾਣ ਬੁੱਝ ਕੇ ਵੀ ਤੁਹਾਡੇ ਪਠਾਨ ਮਾਰੇ, ਵੀ ਤੁਹਾਡੇ ਮਜਹਬ ਦੇ ਸੀ। ਕਹਿੰਦੇ ਜੀ ਦਾਮਲੇ ਪਿੰਡ ਦੇ ਜਿਹੜੇ ਪਠਾਨ ਸਨ ਉਹ ਵੀ ਗੁਰੂ ਜੀ ਨੇ ਮਾਰੇ ਨੇ ਭੰਗਾਣੀ ਦੇ ਜੰਗ ਵਿੱਚ। ਆਨੰਦਪੁਰ ਕੋ ਆਨ ਬਸਾਇਓ, ਉੱਥੋਂ ਫਿਰ ਆ ਕੇ ਇਹਨਾਂ ਨੇ ਆਨੰਦਪੁਰ ਸਾਹਿਬ ਨਵੇਂ ਸਿਰਿਓਂ ਵਸਾਇਆ। ਕਰਨ ਲਗਿਓ ਆਦਿ ਸ਼ਕਤ ਕੀ ਪੂਜਾ, ਇੱਥੇ ਆ ਕੇ ਫਿਰ ਇਹਨਾਂ ਨੇ ਚੰਡੀ ਦੀ ਆਰਾਧਨਾ ਕੀਤੀ, ਚੰਡੀ ਪ੍ਰਗਟ ਕੀਤੀ। ਅਜਿਓ ਸਰਬਈ ਕਾਰਜ ਦੂਜਾ, ਅਸੀਂ ਸੁਣਿਆ ਵੀ ਜਦੋਂ ਚੰਡੀ ਪ੍ਰਗਟ ਕੀਤੀ ਨਾ, ਸਾਰੇ ਦੂਜੇ ਕੰਮ ਛੱਡ ਕੇ, ਆਲੇ ਦੁਆਲੇ ਦਾ ਸਾਰਾ ਪਾਸਾ ਛੱਡ ਕੇ
ਬਿਦਤ ਕਰੀ ਆਦ ਸ਼ਕਤ ਜਬੇ। ਇਹਨਾਂ ਨੇ ਆਦ ਸ਼ਕਤੀ ਨੂੰ ਚੰਡੀ ਨੂੰ ਪ੍ਰਗਟ ਕੀਤਾ। ਇਹਨਾਂ ਦੇ ਭਾਣੇ ਤਾਂ ਉਹ ਜਿਹੜੀ ਸ਼ਕਤੀ ਇਹ ਮੰਨਦੇ ਆ ਜਗਦੰਬਾ, ਪਰ ਗੁਰਦੇਵ ਨੇ ਜਿਹੜੀ ਚੰਡੀ ਪ੍ਰਗਟ ਕੀਤੀ ਉਹ ਕਥਾ ਆਪ ਜੀ ਨੇ ਪਿੱਛੇ ਸੁਣੀ ਹੈ। ਕਹਿਣ ਲੱਗੇ ਜੀ ਉਹਨਾਂ ਨੇ ਚੰਡੀ ਪ੍ਰਗਟ ਕੀਤੀ ਉੱਥੇ, ਬੜ ਉਤਪਾਤ ਰਚਿਓ ਇਕ ਤਬੇ। ਉਦੋਂ ਇਹ ਵੱਡਾ ਉਤਪਾਤ ਇਹਨਾਂ ਨੇ ਉੱਥੇ ਕੀਤਾ। ਖੰਡੇ ਕੀ ਪਾਉਲ ਕੋ ਦੇਤ। ਇਹਨਾਂ ਨੇ ਵੱਡਾ ਦੀਵਾਨ ਸਜਾ ਕੇ ਸਿੰਘਾਂ ਦੇ ਸਿਰ ਲੈ ਕੇ ਤੇ ਫਿਰ ਉਹਨਾਂ ਨੂੰ ਖੰਡੇ ਦੀ ਪੌਲ ਛਕਾਈ। ਇਹ ਵੱਡਾ ਉਤਪਾਤ ਕਰਕੇ ਇੱਕ ਖਾਲਸਾ ਪੈਦਾ ਕਰ ਦਿੱਤਾ ਇਹਨਾਂ ਨੇ, ਜਿਹੜਾ ਉਤਪਾਤ ਕਰਨ ਵਾਲਾ ਸੀ ਉਹ ਪੰਥ ਇਹਨਾਂ ਨੇ ਪੈਦਾ ਕਰ ਦਿੱਤਾ। ਮਾਨਵ ਮਿਲ ਮਿਲ ਬ੍ਰਿੰਦ ਸੁਲੇਤ। ਖੰਡੇ ਦੀ ਪੌਲ ਤਿਆਰ ਕੀਤੀ, ਜਿਸ ਪੌਲ ਨੂੰ ਲੈਣ ਵਾਸਤੇ ਹਜ਼ਾਰਾਂ ਲੋਕ ਇਕੱਠੇ ਹੋ ਕੇ ਇਹਨਾਂ ਦੇ ਕੋਲ ਆ ਕੇ ਲੈਣ ਲੱਗ ਪਏ। ਕਹੇ ਖਾਲਸਾ ਮੈਂ ਏਕੀਨਾ। ਤੇ ਫਿਰ ਕਹਿੰਦੇ ਨੇ ਗੁਰੂ ਜੀ ਕਿ ਮੈਂ ਇਹ ਖਾਲਸਾ ਕੀਤਾ, ਇਹ ਖਾਲਸਾ ਮੇਰਾ ਹੈ। ਨਿਆਰੋ ਹਿੰਦੂ ਤੁਰਕ ਤੇ ਚੀਨਾ। ਔਰ ਨਾਲ ਕਹਿੰਦੇ ਨੇ ਕਿ ਹਿੰਦੂਆਂ ਤੇ ਮੁਸਲਮਾਨਾਂ ਤੋਂ ਮੇਰਾ ਇਹ ਖਾਲਸਾ ਨਿਆਰਾ ਹੈ। ਹਿੰਦੂਆਂ ਤੋਂ ਵੀ ਨਿਆਰਾ ਹੈ ਤੇ ਮੁਸਲਮਾਨਾਂ ਤੋਂ ਵੀ ਨਿਆਰਾ ਹੈ। ਸ਼ਸਤਰ ਹਾਥ ਤਿਨ ਕੇ ਗਹਿਵਾਵੇ। ਫਿਰ ਉਹਨਾਂ ਖਾਲਸਿਆਂ ਦੇ ਹੱਥਾਂ ਵਿੱਚ ਇਹਨਾਂ ਨੇ ਸ਼ਸਤਰ ਫੜਾ ਦਿੱਤੇ ਨੇ, ਉਹਨਾਂ ਨੂੰ ਸ਼ਸਤਰਧਾਰੀ ਬਣਾ ਦਿੱਤਾ ਹੈ। ਨਿੱਕੇ ਨਿੱਕੇ ਬੱਚੇ ਇਹਨਾਂ ਦੇ ਪੱਗ ਬੰਨਣੀ ਬਾਅਦ ਵਿੱਚ ਸਿੱਖਦੇ ਨੇ, ਪਹਿਲਾਂ ਗਾਤਰੇ 'ਚ ਤਲਵਾਰ ਪਾਣੀ ਸਿੱਖ ਲੈਂਦੇ ਨੇ। ਮਾਰਨ ਮਰਨ ਉਪਦੇਸ਼ ਦ੍ਰਿੜਾਵੇ। ਮਾਰਨਾ ਤੇ ਮਰਨ ਦਾ ਹੀ ਉਪਦੇਸ਼ ਦ੍ਰਿੜ ਕਰਾਉਂਦੇ ਨੇ ਆਪਣੇ ਖਾਲਸੇ ਨੂੰ। ਕਹਿੰਦੇ ਖਾਲਸਾ ਜੀ ਰਣ ਭੂਮੀ 'ਚ ਜਾਂ ਮਰਨਾ ਜਾਂ ਫਿਰ ਮਾਰਨਾ, ਇਹ ਉਪਦੇਸ਼ ਆਪਣੇ ਖਾਲਸੇ ਨੂੰ ਦ੍ਰਿੜ ਕਰਾਉਂਦੇ ਨੇ। ਕਹੇ ਤੁਰਕ ਸੋ ਬੈਰ ਕਰੀਜੈ। ਔਰ ਫਿਰ ਇਹ ਵੀ ਕਹਿੰਦੇ ਨੇ ਕਿ ਮੁਸਲਮਾਨਾਂ ਨਾਲ ਵੈਰ ਰੱਖਣਾ ਤੁਸੀਂ, ਅੱਗ ਲਾਉਂਦੇ ਪਏ ਪਹਾੜੀ ਰਾਜੇ। ਹਾਲਾਂਕਿ ਗੁਰਦੇਵ ਕਿਸੇ ਮਜ਼ਹਬ ਦੇ ਵੈਰੀ ਨਹੀਂ ਹਨ। ਜੇ ਮੁਸਲਮਾਨਾਂ ਦੇ ਵੈਰੀ ਹੁੰਦੇ ਤੇ ਗਨੀ ਖਾਨ ਨਬੀ ਖਾਨ ਨੂੰ ਆਪਣੇ ਪੁੱਤਰ ਦਾ ਰੁਤਬਾ ਨਾ ਦਿੰਦੇ। ਮੁਸਲਮਾਨਾਂ ਦੇ ਵੈਰੀ ਹੁੰਦੇ ਤੇ ਬੰਦੇ ਬਹਾਦਰ ਨੂੰ ਇਹ ਨਾ ਕਹਿੰਦੇ, ਬੰਦਿਆ ਸਭ ਤੋਂ ਪਹਿਲਾਂ ਤੋਂ ਪੰਜਾਬ ਦੀ ਧਰਤੀ ਤੇ ਜਾ ਕੇ ਪੀਰ ਬੁੱਧੂ ਸ਼ਾਹ ਦੀ ਸ਼ਹਾਦਤ ਦਾ ਬਦਲਾ ਲੈਣਾ ਸਾਡਾ ਮੁਰੀਦ ਸੀ। ਇਸ ਕਰਕੇ ਇਹ ਹੁਣ ਭੜਕਾ ਰਹੇ ਨੇ ਨਾ। ਕਹਿੰਦੇ ਜੀ ਗੁਰੂ ਜੀ ਨੇ ਆਪਣੇ ਖਾਲਸੇ ਨੂੰ ਉਪਦੇਸ਼ ਦਿੱਤਾ ਕਿ ਤੁਸੀਂ ਤੁਰਕਾਂ ਨਾਲ ਵੈਰ ਰੱਖਣਾ ਹੈ, ਤੁਰਕਾਂ ਦੇ ਨਾਲ ਦੁਸ਼ਮਣੀ ਰੱਖਣੀ ਹੈ। ਦਿੱਲੀ ਆਦ ਦੇਸ਼ ਸਭ ਲੀਜੈ। ਪੂਰੇ ਵੀ ਕਹਿੰਦੇ ਨੇ ਵੀ ਆ ਦਿੱਲੀ ਆਦਿਕ ਜਿੰਨੇ ਦੇਸ਼ ਨੇ ਇਹ ਤੁਸੀਂ ਲੈ ਲੈਣੇ। ਖਾਲਸਾ ਜੀ ਇਹਨਾਂ ਤੇ ਤੁਸੀਂ ਰਾਜ ਕਰਨਾ, ਇਹਨਾਂ ਤੇ ਤੁਸੀਂ ਆਪਣੇ ਨਿਸ਼ਾਨ ਝੁਲਾਉਣੇ ਨੇ। ਦਿਜ ਖੱਤਰੀ ਅਰ ਬੈਸ਼ ਸ਼ੂਦਰਗਨ। ਫਿਰ ਤੁਸੀਂ ਪੁੱਛਿਆ ਸੀ ਵੀ ਕਿਹੜੀ ਬਰਾਦਰੀ ਦੇ ਸੂਰਮੇ ਨੇ ਉਹਨਾਂ ਕੋਲ। ਇੱਕ ਦੀ ਇੱਕ ਬਰਾਦਰੀ ਹੋਵੇ ਤੇ ਦੱਸੀਏ। ਇੱਕ ਬਰਾਦਰੀ ਨਹੀਂ, ਖੱਤਰੀ ਬ੍ਰਾਹਮਣ ਸ਼ੂਦਰ ਵੈਸ਼ ਚਾਰਾਂ ਵਰਨਾਂ ਦੇ ਲੋਕ ਉਹਨਾਂ ਦੇ ਕੋਲ ਇਕੱਠੇ ਹੋਏ ਨੇ। ਇੱਕ ਤਲ ਸਭਨ ਅਚਾਵਤ ਹੈ ਫਨ। ਇੱਕੋ ਥਾਂ ਤੇ ਸਾਰਿਆਂ ਨੂੰ ਛਕਾਉਂਦੇ ਆ। ਜਦੋਂ ਖੰਡੇ ਦੀ ਪੋਲ ਛਕਾਉਂਦੇ ਨੇ ਉਦੋਂ ਇੱਕ ਵੱਡਾ ਕੜਾਹ ਪ੍ਰਸ਼ਾਦ ਦਾ ਬਾਟਾ ਰੱਖ ਦਿੰਦੇ ਆ, ਉਹ ਸਾਰੇ ਉਹਦੇ ਵਿੱਚੋਂ ਹੀ ਇਕੱਠੇ ਖਾਂਦੇ ਆ ਬੁੱਕਾਂ ਭਰ ਭਰ ਕੇ। ਜਿਹੜਾ ਬਾਟਾ ਅੰਮ੍ਰਿਤ ਛਕਾਉਣ ਵਾਲਾ ਉਹ ਵੀ ਸਾਰਿਆਂ ਨੂੰ ਉਹਦੇ ਵਿੱਚੋਂ ਹੀ ਘੁੱਟਾਂ ਪਿਆਈ ਜਾਂਦੇ ਆ, ਖੱਤਰੀਆਂ ਬ੍ਰਾਹਮਣਾਂ ਸ਼ੂਦਰਾਂ ਵੈਸ਼ਾਂ ਨੂੰ। ਪੂਰਬਲੀ ਮਰਿਆਦ ਤੇ ਆਗੀ। ਇਹਨਾਂ ਨੇ ਜਿਹੜੀ ਸਾਡੀ ਪੂਰਬਲੀ ਮਰਿਆਦਾ ਸੀ ਵੀ ਸ਼ੂਦਰਾਂ ਨੂੰ ਵੈਸ਼ਾਂ ਨੂੰ ਵੱਖਰਾ ਕਰਕੇ ਰੱਖਣਾ, ਉਹ ਮਰਿਆਦਾ ਇਹਨਾਂ ਨੇ ਛੱਡ ਦਿੱਤੀ, ਤਿਆਗ ਦਿੱਤੀ। ਸਿਰ ਪਰ ਕੇਸ ਕਾਛੇ ਅਨੁਰਾਗੀ। ਫਿਰ ਅਸੀਂ ਮੁੰਡਨ ਵਗੈਰਾ ਕਰਦੇ ਆ, ਇਹਨਾਂ ਨੇ ਉਹ ਵੀ ਬੰਦ ਕਰ ਦਿੱਤਾ। ਇਹ ਸਿਰ ਤੇ ਕੇਸ ਰੱਖਣੇ, ਦਸਤਾਰਾਂ ਸਜਾਣੀਆਂ ਔਰ ਤੇੜ ਧੋਤੀਆਂ ਨਹੀਂ ਪਾਉਂਦੇ, ਇਹ ਤੇੜ ਕਛਹਿਰੇ ਧਾਰਨ ਕਰਦੇ ਹਨ। ਇੱਕ ਵਾਰ ਹਮਕੋ ਬੁਲਵਾਏ। ਐ ਸੂਬੇਦਾਰ ਇੱਕ ਵਾਰ ਸਾਨੂੰ ਵੀ ਇਹਨਾਂ ਨੇ ਬੁਲਾਵਾ ਭੇਜਿਆ ਸੀ, ਸਾਨੂੰ ਵੀ ਇਹਨਾਂ ਨੇ ਸੱਦਿਆ ਸੀ। ਤੱਕ ਗਿਰਪਤ ਦਰਸ਼ਨ ਪਾਏ। ਅਸੀਂ ਕਈ ਪਹਾੜੀ ਰਾਜੇ ਇਕੱਠੇ ਹੋ ਕੇ ਗਏ ਸਾਂ ਉਹਨਾਂ ਨੂੰ ਮਿਲਣ ਵਾਸਤੇ। ਕਹਿਓ ਖਾਲਸਾ ਤੁਮ ਹੋਏ ਜਾਵੋ। ਸਾਨੂੰ ਗੁਰੂ ਜੀ ਨੇ ਕਿਹਾ ਸੀ ਕਿ ਹੇ ਪਹਾੜੀ ਰਾਜਿਓ ਤੁਸੀਂ ਸਾਰੇ ਖਾਲਸਾ ਸੱਜ ਜਾਓ, ਖਾਲਸਾ ਬਣ ਜਾਓ। ਦੇਸ਼ ਵਿਦੇਸ਼ ਰਾਜ ਸਭ ਪਾਵੋ। ਤੁਹਾਨੂੰ ਅਸੀਂ ਦੇਸ਼ਾਂ ਵਿਦੇਸ਼ਾਂ ਦਾ ਰਾਜ ਦੇ ਦੇਾਂਗੇ। ਚਵਗੱਤੇ ਆਦਿਕ ਮਈ ਪਾਲਾ। ਆ ਜਿਹੜਾ ਚਵਗੱਤਾ ਤੇ ਉਹਦੇ ਨਾਲ ਦੇ ਔਰੰਗੇ ਦੇ ਜਿੰਨੇ ਰਾਜੇ ਨੇ, ਸਗਰੇ ਦੇਹ ਤੁਮੇ ਕੋ ਹਾਲਾ। ਇਹ ਸਾਰੇ ਤੁਹਾਡੇ ਅੱਗੇ ਟੈਕਸ ਭਰਨਗੇ ਹੱਥ ਜੋੜ ਕੇ।
ਏਦਾਂ ਸਾਨੂੰ ਕਹਿੰਦੇ ਸਨ ਗੁਰੂ ਜੀ। ਅਵਰੰਗ ਸੰਗ ਜੰਗ ਕੋ ਕਰੀਏ। ਉਹ ਕਹਿੰਦੇ ਸੀ ਵੀ ਤੁਸੀਂ ਔਰੰਗਜ਼ੇਬ ਬਾਦਸ਼ਾਹ ਨਾਲ ਜਾ ਕੇ ਜੰਗ ਲੜੋ, ਔਰੰਗਜ਼ੇਬ ਬਾਦਸ਼ਾਹ ਨਾਲ ਲੜਾਈ ਕਰੋ, ਛਤਰ ਆਪਣੇ ਸਿਰ ਪਰ ਧਰੀਏ। ਔਰ ਜਿਹੜਾ ਇਹ ਰਾਜ ਭਾਗ ਦਾ ਛਤਰ ਹੈ ਇਹ ਤੁਸੀਂ ਆਪਣੇ ਸਿਰ ਤੇ ਧਰੋ, ਇਹ ਤੁਸੀਂ ਆਪਣੇ ਸਿਰ ਦੇ ਉੱਤੇ ਧਾਰਨ ਕਰੋ। ਦਿੱਲੀ ਨਾਥ ਹਤਿਓ ਪਿਤ ਮੇਰਾ। ਕਿਉਂਕਿ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਨੇ ਸਾਡੇ ਪਿਤਾ ਨੂੰ ਸ਼ਹੀਦ ਕੀਤਾ, ਇਹ ਕਹਿੰਦੇ ਸਨ। ਸੋ ਬਲ ਕਰ ਲੈ ਹੋ ਵੱਡ ਬੈਰਾ। ਅਸੀਂ ਬਲ ਕਰਕੇ ਉਹ ਵੈਰ ਲੈਣਾ ਔਰੰਗਜ਼ੇਬ ਕੋਲੋਂ, ਆਪਣੇ ਪਿਤਾ ਦੀ ਸ਼ਹੀਦੀ ਦਾ ਬਦਲਾ ਲੈਣਾ ਨਰੰਗੇ ਕੋਲੋਂ, ਏਦਾਂ ਕਹਿੰਦੇ ਸਨ ਸਾਨੂੰ। ਇਤਕ ਇਰਾਦਾ ਸਤਿਗੁਰ ਕਰਿਓ। ਇਹ ਹਾਲਾਂਕਿ ਗੁਰਦੇਵ ਪਾਤਸ਼ਾਹ ਜੀ ਨੇ ਐਸਾ ਜ਼ਰੂਰ ਕਿਹਾ ਵੀ ਤੁਸੀਂ ਆ ਕੇ ਰਲੋ, ਸਾਡੇ ਨਾਲ ਰਾਜ ਭਾਗ ਤੁਹਾਨੂੰ ਦੇਵਾਂਗੇ। ਪਰ ਮਲੇਛਾ ਨੇ ਹੋਰ ਹੀ ਢੰਗ ਨਾਲ ਗੱਲ ਬਣਾ ਲਈ ਤੇ ਕਹਿੰਦੇ ਇਸ ਪ੍ਰਕਾਰ ਨਾਲ ਗੁਰੂ ਜੀ ਨੇ ਸਾਨੂੰ ਆਪਣਾ ਇਰਾਦਾ ਦੱਸਿਆ। ਸ਼ਾਹ ਨਾਮ ਤੇ ਮਨ ਬਹੁ ਡਰਿਓ। ਜਦੋਂ ਉਹਨਾਂ ਨੇ ਬਾਦਸ਼ਾਹ ਦਾ ਨਾਮ ਲਿਆ ਸੁਣ ਕੇ ਸਾਡਾ ਮਨ ਡਰ ਗਿਆ। ਹਮ ਤੋਂ ਸੁਨਤ ਸਦਨ ਉੱਠ ਗਏ। ਅਸੀਂ ਗੁਰੂ ਜੀ ਦੀਆਂ ਗੱਲਾਂ ਸੁਣ ਕੇ ਉੱਠ ਕੇ ਚਲੇ ਗਏ ਆਪਣੇ ਘਰਾਂ ਨੂੰ। ਪੀਛੇ 4 ਬਰਨ ਸਿੱਖ ਪਾਏ। ਬਾਅਦ ਵਿੱਚ ਉਹਨਾਂ ਨੇ 4 ਵਰਨਾਂ ਦੇ ਸਿੱਖ ਜਿਹੜੇ ਸਨ ਉਹ ਆਪਣੇ ਕੋਲ ਇਕੱਠੇ ਕਰ ਲਏ। ਸੋ ਚਾਤ ਹੈ ਬੈਰ ਵਧਾਇਓ। 4 ਵਰਨਾਂ ਦੇ ਸਿੱਖਾਂ ਨੂੰ ਇਕੱਠਿਆਂ ਕਰਕੇ ਕਹਿੰਦੇ ਆ, ਪਹਿਲਾਂ ਸਾਨੂੰ ਕਹਿੰਦੇ ਚੰਗਾ ਹੋਇਆ ਤੁਸੀਂ ਨਾ ਕਰ ਦਿੱਤੀ ਹੈ, ਤੁਸੀਂ ਨਾ ਕਰ ਦਿੱਤੀ ਹੈ, ਚੰਗਾ ਹੋਇਆ। ਤੇ ਫਿਰ ਕਹਿੰਦੇ ਹੁਣ ਅਸੀਂ ਇਹ ਜਿਹੜੀ ਪਾਤਸ਼ਾਹੀ ਤੁਹਾਨੂੰ ਦੇਣੀ ਸੀ ਉਹ ਆਪਣੇ ਸਿੱਖਾਂ ਨੂੰ ਦੇਵਾਂਗੇ। ਤੇ ਫਿਰ ਪਤਾ ਕੀ ਕਹਿੰਦੇ ਸਨ? ਕਹਿੰਦੇ ਸਨ ਇਨ ਗਰੀਬ ਸਿੱਖਨ ਕੋ ਦੇਹੋ ਪਾਤਸ਼ਾਹੀ, ਯਾਦ ਕਰਾਂ ਹਮਰੇ ਗੁਰਿਆਈ, जिन की जात कुल के माही, सिरदारी पे नहीं कदाही, इन्हीं को सरदार बनाऊं तब गोबिंद सिंह नाम कहाऊं। ਇਹ ਬਚਨ ਉਹਨਾਂ ਨੇ ਕਹਿ ਕੇ ਆਪਣੇ ਸਿੱਖਾਂ ਨੂੰ ਇਕੱਠਿਆਂ ਕਰਕੇ ਉਹਨਾਂ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾ ਦਿੱਤਾ ਔਰ ਉਹਨਾਂ ਦਾ ਵੈਰ ਬਾਦਸ਼ਾਹ ਨਾਲ ਬਣਾ ਦਿੱਤਾ। ਲਰੇ ਤੁਮਾਰੇ ਸੰਗ ਰਿਸਾਇਓ। ਹੁਣ ਤੁਹਾਡੇ ਗਲ ਪੈਣਗੇ ਆ ਕੇ ਇੱਥੇ। ਸੂਬੇਦਾਰ ਜੀ ਇਹ ਨਾ ਸਮਝੋ ਵੀ ਇਸ ਵੇਲੇ ਉਹ ਸਾਡੇ ਗਲ ਪੈਂਦੇ ਆ, ਉਹ ਦਿਨ ਦੂਰ ਨਹੀਂ ਜਦੋਂ ਇੱਥੇ ਦਿੱਲੀ ਤਾਈਂ ਆ ਕੇ ਉਹਨਾਂ ਤੁਹਾਡੇ ਗਲ ਪੈਣਾ ਹੈ। ਜਾਂ ਤੇ ਆਪ ਜਾਣੀਏ ਨੀਕੇ। ਇਸ ਕਰਕੇ ਤੁਸੀਂ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲਓ ਜੋ ਅਸੀਂ ਕਹਿਣਾ ਚਾਹੁੰਦੇ ਆ। ਇਸ ਬਿਦ ਕੇ ਹੈ ਸੋ ਪੱਟ ਤਿਸੀ ਕੇ। ਇਦਾਂ ਦੇ ਸੂਰਮੇ ਨੇ ਗੁਰੂ ਜੀ ਦੇ ਕੋਲ। ਮਾਰਨ ਮਰਨ ਜਹਾਂ ਕਹਿ ਕਰੇ। ਮਾਰਨਾ ਤੇ ਮਰਨਾ ਜਿੱਥੇ ਕਿੱਥੇ ਉਹ ਕਰਨ ਨੂੰ ਤਿਆਰ ਹੋ ਜਾਂਦੇ ਨੇ। ਥੋੜ ਬਹੁਤਈ ਕਾਨ ਨ ਧਰੇ। ਥੋੜਿਆਂ ਬਹੁਤਿਆਂ ਦੀ ਕਾਨ ਕਨੋੜ ਨਹੀਂ ਰੱਖਦੇ ਵੀ ਅੱਗੇ ਦੁਸ਼ਮਣ ਥੋੜਾ ਜਾਂ ਬਹੁਤਾ ਹੈ। ਦਿਨ ਪ੍ਰਤ ਵਧਤ ਜਾਤ ਤੈ ਪੰਥਾ। ਇਹ ਦਿਨ ਪ੍ਰਤੀ ਦਿਨ ਵਧਣ ਵਾਲਾ ਪੰਥ ਹੈ ਉਹਨਾਂ ਦਾ। ਮੈਂ ਸਮਝਾਏ ਕਈ ਸਭ ਸੰਥਾ। ਮੈਂ ਤੁਹਾਨੂੰ ਸਾਰੀ ਗੱਲ ਸਮਝਾ ਕੇ ਦੱਸ ਦਿੱਤੀ ਆ ਸਾਥੀ ਭਾਵ ਨਾਲ। ਹਮ ਸੋ ਬੈਰ ਥੋਰ ਹੀ ਆਏ। ਸਾਡੇ ਨਾਲ ਕੋਈ ਬਹੁਤਾ ਵੈਰ ਨਹੀਂ ਹੈ ਗੁਰੂ ਜੀ ਦਾ, ਸਾਡੇ ਨਾਲ ਤਾਂ ਥੋੜਾ ਬਹੁਤਾ ਵੈਰ ਹੈ। ਸੋ ਵਿਰੋਧ ਦਿੱਲੀ ਸਨ ਕਹੇ। ਅਸਲ ਵਿੱਚ ਉਹਨਾਂ ਦਾ ਵੈਰ ਤਾਂ ਤੁਹਾਡੇ ਦਿੱਲੀ ਵਾਲਿਆਂ ਨਾਲ ਆ, ਦਿੱਲੀ ਤਖਤ ਵਾਲਿਆਂ ਨਾਲ ਆ, ਸਾਡੇ ਨਾਲ ਕੋਈ ਬਹੁਤਾ ਵੈਰ ਨਹੀਂ ਹੈ ਉਹਨਾਂ ਦਾ। ਨਿਤ ਪ੍ਰਤ ਦੇਸ਼ ਫਤੂਰ ਉਠਾਵੇ। ਨੇਤਾ ਪ੍ਰਤੀ ਉਹ ਸਾਡੇ ਦੇਸ਼ ਵਿੱਚ ਫਤੂਰ ਉਠਾਉਂਦੇ ਨੇ। ਲੂਟੇ ਕੂਟੇ ਬਸਨ ਨ ਪਾਵੇ। ਸਾਡੇ ਨਗਰਾਂ ਪਿੰਡਾਂ ਨੂੰ ਲੁੱਟਦੇ ਕੁੱਟਦੇ ਨੇ, ਵਸਣ ਨਹੀਂ ਦਿੰਦੇ। ਸ਼ਾਹ ਸਾਥ ਕਿਉਂ ਕਰੋ ਨ ਜੰਗ। ਸਾਨੂੰ ਕਹਿੰਦੇ ਆ ਡਰਾ ਡਰਾ ਕੇ ਵੀ ਤੁਸੀਂ ਬਾਦਸ਼ਾਹ ਨਾਲ ਕਿਉਂ ਨਹੀਂ ਲੜਦੇ। ਸਾਨੂੰ ਉਹ ਤੰਗ ਕਰਦੇ ਆ ਵੀ ਤੁਸੀਂ ਬਾਦਸ਼ਾਹ ਨਾਲ ਕਿਉਂ ਨਹੀਂ ਲੜਦੇ। ਜਾਂ ਤੇ ਬੈਰ ਭਰਿਓ ਹਮ ਸੰਗ। ਬਸ ਸਾਡਾ ਵੈਰ ਤਾਂ ਬਾਦਸ਼ਾਹ ਕਰਕੇ ਆ ਵੀ ਉਹ ਕਹਿੰਦੇ ਆ ਬਾਦਸ਼ਾਹ ਨਾਲ ਲੜੋ, ਅਸੀਂ ਲੜਦੇ ਨਹੀਂ, ਬਸ ਇਸ ਗੱਲੋਂ ਸਾਡਾ ਵੈਰ ਹੈ ਉਹਨਾਂ ਨਾਲ। ਉਹਨੇ ਪੁੱਛਿਆ ਨਾ ਵੀ ਤੁਹਾਡਾ ਕਾਹਦਾ ਵੈਰ ਹੈ? ਕਹਿੰਦਾ ਜੀ ਸਾਡਾ ਵੈਰ ਤਾਂ ਇਹ ਹੈ ਵੀ ਉਹ ਸਾਨੂੰ ਕਹਿੰਦੇ ਆ ਬਾਦਸ਼ਾਹ ਨਾਲ ਲੜੋ, ਔਰੰਗਜ਼ੇਬ ਨਾਲ, ਅਸੀਂ ਨਾ ਕਰਨੇ ਆ, ਬਸ ਇਸ ਗੱਲ ਦਾ ਵੈਰ ਹੈ। ਨਿਸ ਦਿਨ ਟਿਕਨ ਦੇਤ ਕਿਸ ਨਾਈ। ਸਾਨੂੰ ਰਾਤ ਦਿਨ ਨਹੀਂ ਟਿਕਣ ਦਿੰਦੇ। ਖੇਤੀ ਹੋਏ ਨਾ ਖੇਤ ਕੇ ਮਾਈ। ਸਾਡੇ ਖੇਤਾਂ ਵਿੱਚ ਖੇਤੀ ਨਹੀਂ ਹੁੰਦੀ। ਅਬ ਸਹਾਇਤਾ ਕਰੋ ਹਮਾਰੀ। ਹੁਣ ਤੁਸੀਂ ਸਾਡੀ ਮਦਦ ਕਰੋ, ਸਹਾਇਤਾ ਕਰੋ। ਚਲ ਆਏ ਸਭ ਸ਼ਰਨ ਤੁਮਾਰੀ। ਅਸੀਂ ਸਾਰੇ ਤੁਹਾਡੀ ਸ਼ਰਨ ਆਏ ਆ ਚੱਲ ਕੇ। ਗੜ
ਆਨੰਦ ਕੋ ਦਿਓ ਛੁਟਾਈ। ਔਰ ਆਨੰਦਪੁਰ ਸਾਹਿਬ ਦਾ ਕਿਲਾ ਗੁਰੂ ਜੀ ਤੋਂ ਛੁਡਾ ਦਿਓ। ਸੰਕਟ ਸਗਰੋ ਤਬ ਮਿਟ ਜਾਈ। ਤਾਂ ਇਹ ਸਾਰਾ ਸੰਕਟ ਮਿਟੇਗਾ, ਸਾਰਾ ਦੁੱਖ ਤਾਂ ਦੂਰ ਹੋਵੇਗਾ। ਇਸ ਪ੍ਰਕਾਰ ਨਾਲੇ ਪਹਾੜੀਏ ਇਕੱਠੇ ਹੋ ਕੇ ਸੂਬੇਦਾਰ ਦਿੱਲੀ ਨਾਲ ਗੱਲਾਂ ਬਾਤਾਂ ਕਰ ਰਹੇ ਨੇ ਔਰ ਪਹਾੜੀਆਂ ਤੇ ਸੂਬਿਆਂ ਦੀ ਤਿਆਰੀ ਹੋ ਰਹੀ ਹੈ ਆਨੰਦਪੁਰ ਸਾਹਿਬ ਤੇ ਹਮਲਾ ਕਰਨ ਦੀ। ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬ ਨਵਾਜ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਨੂੰ ਕਥਨ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਇਤਨੀ ਹਾਜ਼ਰੀ ਪ੍ਰਵਾਨ ਕਰਨੀ ਜੀ। ਵਾਹਿਗੁਰੂ 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 ਹੇ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਹੇ ਪੂਰਨ ਹੈ ਸਰਬ ਮੈਂ ਦੁਖ ਪੰਜਨ ਗੁਣ ਤਾਸ ਹੇ ਸੰਗੀ ਹੈ ਨਿਰੰਕਾਰ ਏ ਨਿਰਗੁਣ ਸਭ ਟੇਕ ਹੇ ਗੋਬਿੰਦ ਹੈ ਗੁਣ ਨਿਧਾਨ ਜਾਂ ਕੇ ਸਦਾ ਬਵੇਕ ਹੇ ਪਰੰਪਰ ਹਰ ਹਰੇ ਹੈ ਪੀਓ ਅਣਹਾਰ ਹੇ ਸੰਤ ਹੈ ਕੈ ਸਦਾ ਸੰਗ ਨਿਧਾਰਾ ਆਧਾਰ ਹੇ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮਦਾਨ ਰਾਖੋ ਹੀ ਐ ਪਰੋਏ ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰੇ ਉਤਾਰ ਨਿਹਾਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰੇ ਉਤਾਰ ਨਿਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।